ਸਾਨੂੰ ਆਪਣੇ ਰਵਾਇਤੀ ਖੇਤੀ ਚੱਕਰ ਵੱਲ ਵਾਪਸ ਮੁੜਨ ਦੀ ਲੋੜ ਆ। ਸਾਡੇ ਕੋਲ ਹਰ ਇੱਕ ਚੀਜ਼ ਹੈਗੀ ਆ, ਅਸੀਂ ਆਪ ਤਿਆਰ ਕਰ ਸਕਦੇ ਹਾਂ। ਜਿਹੜੀਆਂ ਉਹ ਚੀਜ਼ਾਂ ਦੁਕਾਨਾਂ ਤੋਂ ਲੈ ਕੇ ਆਉਣੀਆਂ, ਫੈਕਟਰੀਆਂ ਨੂੰ ਮੁਨਾਫਾ ਦੇਣਾ ਵਾ, ਉਹ ਅਸੀਂ ਕੁਝ ਕੁ ਥੋੜ੍ਹੀ ਜਿਹੀ ਮਿਹਨਤ ਅਤੇ ਥੋੜ੍ਹਾ ਜਿਹਾ ਮਨ ਬੰਨ੍ਹਣ ਦੀ ਲੋੜ ਆ, ਉਹਦੇ ਲਈ ਕਰਕੇ ਅਸੀਂ ਤਿਆਰ ਕਰ ਸਕਦੇ ਹਾਂ। ਇਹ ਹਜ਼ਾਰਾਂ ਸਾਲ ਤੋਂ ਸਾਡੇ ਬਜ਼ੁਰਗ ਇੱਥੇ ਖੇਤੀ ਕਰਦੇ ਆ ਰਹੇ ਆ ਔਰ ਅਸੀਂ ਪਿਛਲੇ 1960 ਤੋਂ ਲੈ ਕੇ ਜੋ ਹੁਣ ਤੱਕ ਦੇ 60 ਸਾਲ ਆ, ਇਹਦੇ ਵਿੱਚ ਖੇਤੀ ਕਰਦਿਆਂ ਹੋਇਆਂ ਐਸੀਆਂ ਵਿਧੀਆਂ ਅਪਣਾਈਆਂ ਕਿ ਜਿਹੜੀ ਜ਼ਮੀਨ ਆ ਉਹਦੀ ਉਪਜਾਊ ਸ਼ਕਤੀ ਘਟਾਈ ਹੈ। ਅਸੀਂ ਫਸਲ ਬਹੁਤ ਇਮਾਨਦਾਰੀ ਦੇ ਨਾਲ ਅਤੇ ਬੜੀ ਸੁਚੱਜਤਾ ਅਤੇ ਮਿਹਨਤ ਦੇ ਨਾਲ ਪੈਦਾ ਕੀਤੀ ਆ। ਉਸ ਫਸਲ ਦਾ ਦੂਜਾ ਜਣਾ ਮੁੱਲ ਪਾਉਂਦਾ ਵਾ, ਉਦੋਂ ਸਾਨੂੰ ਮਨ ਦੇ ਵਿੱਚ ਚੀਜ਼ ਤੇ ਉੱਠਦੀ ਆ ਕਿ ਸਾਡੇ ਮੂਲ ਬੀਜਾਂ ਨੂੰ, ਮੂਲ ਅਨਾਜਾਂ ਨੂੰ ਇਹਨਾਂ ਕਾਰਪੋਰੇਟ ਘਰਾਣਿਆਂ ਨੇ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਅਤੇ ਆਪਣਾ ਉਹਨੂੰ ਖ਼ਤਮ ਕਰਕੇ ਆਪਣੇ ਹੀ ਬੀਜ, ਹਾਈਬ੍ਰਿਡ ਬੀਜ ਜਿਹੜੇ ਹੈਗੇ ਆ ਉਹ ਦੇ ਕੇ ਤੇ ਖੇਤੀ ਕਰਵਾ ਰਹੇ ਨੇ। ਕਿਸਾਨ ਨੂੰ ਜਿਹੜਾ ਵੱਧ ਪੈਦਾਵਾਰ ਥਾਂ ਤੇ ਸ਼ੁੱਧ ਪੈਦਾਵਾਰ ਵਾਲੇ ਪਾਸੇ ਹੋਣਾ ਚਾਹੀਦਾ, ਅਤੇ ਜਿਹੜਾ ਗਾਹਕ ਆ ਉਹਨੂੰ ਵੀ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਚੰਗਾ ਖਰੀਦੇ, ਅਤੇ ਚੰਗਾ ਖਰੀਦਣ ਦੇ ਲਈ ਜੇ ਉਹਨੂੰ ਥੋੜ੍ਹਾ ਵੱਧ ਵੀ ਭਾਅ ਦੇਣਾ ਪਵੇ ਅਤੇ ਉਹ ਉਹਨੂੰ ਦੇਣਾ ਚਾਹੀਦਾ ਹੈ। ਕਿਸਾਨ ਆਪਣੀ ਪੈਲੀ ਦੇ ਵਿੱਚ ਪੜ੍ਹੇ ਲਿਖੇ ਬਹੁਤ ਜ਼ਿਆਦਾ ਜ਼ਰੂਰਤ ਹੈ, ਪੜ੍ਹਨ ਦੀ, ਚੰਗਾ ਪੜ੍ਹਨ ਦੀ, ਸਮਝਦਾਰ ਹੋਣ ਦੀ, ਵਪਾਰ ਦੇ ਗੁਰ ਸਿੱਖਣ ਦੀ ਔਰ ਵਪਾਰੀਆਂ ਦੀਆਂ ਨੀਤੀਆਂ ਸਮਝਣ ਦੀ ਲੋੜ ਆ। ਇਸ ਕਰਕੇ ਪੜ੍ਹਨ ਦੀ ਲੋੜ ਆ, ਪੜ੍ਹ ਲਿਖ ਕੇ ਖੇਤੀ ਵੱਲ ਮੁੜਨ ਦੀ ਲੋੜ ਆ ਕਿ ਖੇਤੀ ਹੀ ਤੁਹਾਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਗੁਜ਼ਾਰਾ ਕਰਵਾ ਸਕਦੀ ਆ, ਰੁਜ਼ਗਾਰ ਦੇ ਸਕਦੀ ਆ। ਹੁਣ ਕਿਸਾਨ ਜਿਹੜਾ ਹੈਗਾ ਵਾ ਉਹ ਆਪਣੇ ਪਰਿਵਾਰ ਦਾ ਆਪ ਰੁਜ਼ਗਾਰ ਪੈਦਾ ਕਰ ਸਕਦਾ। ਦਿੱਲੀ ਤਖਤ ਵੱਲੋਂ ਹਾਲ ਹੀ ਵਿੱਚ ਬਣਾਏ ਗਏ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਉੱਠੇ ਉਭਾਰ ਨੇ ਖੇਤੀਬਾੜੀ ਅਤੇ ਇਸ ਦੇ ਨਾਲ ਜੁੜੇ ਵੱਖ-ਵੱਖ ਪਹਿਲੂਆਂ ਬਾਰੇ ਕਈ ਤਰ੍ਹਾਂ ਦੇ ਵਿਚਾਰਾਂ, ਪ੍ਰਪੇਖਾਂ ਅਤੇ ਚਰਚਾਵਾਂ ਨੂੰ ਸਮਾਜ ਦੇ ਸਾਹਮਣੇ ਲਿਆਂਦਾ। ਜਿੱਥੇ ਭਾਰਤੀ ਮੁੱਖਧਾਰਾ 'ਚ ਵਿਚਾਰ ਚਰਚਾ ਨਵੇਂ ਬਿੱਲਾਂ ਦੇ ਨਫ਼ੇ ਨੁਕਸਾਨ ਬਾਰੇ ਹੋ ਰਹੀ ਹੈ, ਉੱਥੇ ਹੀ ਹੁਣ ਸਮਾਜ ਅਤੇ ਖਾਸਕਰ ਪੰਜਾਬ ਦਾ ਇੱਕ ਵੱਡਾ ਹਿੱਸਾ ਇਸ ਪੂਰੇ ਖੇਤੀਬਾੜੀ ਅਤੇ ਆਰਥਿਕ ਢਾਂਚੇ ਨੂੰ ਅੰਸ਼ਕ ਜਾਂ ਪੂਰਨ ਤੌਰ ਉੱਤੇ ਬਦਲਣ ਦੀ ਗੱਲ ਵੀ ਕਰ ਰਿਹਾ ਹੈ। ਪੰਜਾਬ ਦੀਆਂ ਲੋੜਾਂ ਅਤੇ ਵਸੀਲਿਆਂ ਦੇ ਅਨੁਸਾਰ ਪੰਜਾਬ ਕੇਂਦਰਿਤ ਖੇਤੀਬਾੜੀ ਢਾਂਚੇ ਦੀਆਂ ਸੰਭਾਵਨਾਵਾਂ, ਉਸ ਦੀ ਰੂਪਰੇਖਾ ਅਤੇ ਭਵਿੱਖ ਦੀਆਂ ਚੁਣੌਤੀਆਂ ਨੂੰ ਨਜਿੱਠਣ ਦੀ ਰਣਨੀਤੀ ਅਤੇ ਅਜੋਕੇ ਸਮੇਂ ਵਿੱਚ ਬਣਦੇ ਪੈਂਤੜੇ, ਇਸ ਤਰ੍ਹਾਂ ਦੇ ਕਈ ਪੱਖ ਨੇ ਜਿਨ੍ਹਾਂ ਉੱਤੇ ਗੰਭੀਰ ਸੰਵਾਦ ਦੀ ਲੋੜ ਹੈ। ਸੰਵਾਦ ਵੱਲੋਂ ਆਪ ਸਭ ਦੇ ਸਹਿਯੋਗ ਨਾਲ ਖੇਤ ਪੰਜਾਬ ਦੇ ਬਾਤ ਪੰਜਾਬ ਦੀ ਲੜੀਵਾਰ ਪ੍ਰੋਗਰਾਮ ਤਹਿਤ ਇਹ ਯਤਨ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੀ ਧਰਤ ਅਤੇ ਕੁਦਰਤੀ ਸਰੋਤਾਂ ਲਈ ਫਿਕਰਮੰਦ ਸ਼ਖਸੀਅਤਾਂ, ਖੇਤੀਬਾੜੀ ਅਤੇ ਆਰਥਿਕ ਮਾਹਰਾਂ, ਰਾਜਨੀਤਿਕ ਅਤੇ ਸਮਾਜਿਕ ਵਿਸ਼ਲੇਸ਼ਕਾਂ, ਸੰਘਰਸ਼ਸ਼ੀਲ ਧਿਰਾਂ, ਸੂਝਵਾਨ ਅਤੇ ਤਜਰਬੇਕਾਰ ਕਿਸਾਨਾਂ ਨਾਲ ਰਾਬਤਾ ਕਰਕੇ ਪੰਜਾਬ ਕੇਂਦਰਿਤ ਖੇਤੀਬਾੜੀ ਢਾਂਚੇ ਸੰਬੰਧੀ ਉਹਨਾਂ ਦੇ ਵਿਚਾਰ ਲਏ ਜਾਣ, ਤਾਂ ਜੋ ਭਵਿੱਖ ਵਿੱਚ ਕੋਈ ਸਾਂਝੀ ਰਾਏ ਬਣਾਈ ਜਾ ਸਕੇ ਅਤੇ ਅਮਲੀ ਕਦਮ ਚੁੱਕਣ ਦੀ ਸੇਧ ਮਿਲ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੌਜੂਦਾ ਸਮੇਂ ਕੇਂਦਰ ਸਰਕਾਰ ਵੱਲੋਂ ਜੋ ਖੇਤੀ ਸੰਬੰਧੀ ਬਿੱਲ ਪੇਸ਼ ਕੀਤੇ ਗਏ, ਉਹਨਾਂ ਤੋਂ ਬਾਅਦ ਪੰਜਾਬ ਵੱਲੋਂ ਇੱਕ ਵੱਡਾ ਸੰਘਰਸ਼ ਵਿੱਢਿਆ ਗਿਆ। ਇਸ ਸਮੇਂ ਦੌਰਾਨ ਅਸੀਂ ਇਹ ਦੇਖ ਰਹੇ ਹਾਂ ਕਿ ਖੇਤੀ ਸੰਬੰਧੀ ਕੀ ਨਵੀਆਂ ਸੰਭਾਵਨਾਵਾਂ ਉਜਾਗਰ ਕੀਤੀਆਂ ਜਾ ਸਕਦੀਆਂ ਹਨ, ਖੇਤੀ ਦੇ ਮੌਜੂਦਾ ਮਾਡਲ ਨੂੰ ਬਦਲ ਕੇ ਕੀ ਨਵਾਂ ਮਾਡਲ ਉਭਾਰਿਆ ਜਾ ਸਕਦਾ ਹੈ। ਇਸ ਸਿਲਸਿਲੇ ਦੇ ਵਿੱਚ ਅਸੀਂ ਅੱਜ ਮਾਝਾ ਹਲਦੀ ਫਾਰਮ ਵਿਖੇ ਸਰਦਾਰ ਯਾਦਵਿੰਦਰ ਸਿੰਘ ਜੀ ਨਾਲ ਗੱਲਬਾਤ ਕਰਾਂਗੇ ਅਤੇ ਉਹਨਾਂ ਦੇ ਨਾਲ ਅਸੀਂ ਵਿਚਾਰ ਕਰਾਂਗੇ ਕਿ ਮੌਜੂਦਾ ਸਮੇਂ ਦਾ ਜੋ ਸੰਕਟ ਹੈ, ਇਹ ਸੰਕਟ ਵਾਲੀ ਸਥਿਤੀ ਦੇ ਵਿੱਚੋਂ ਉਭਰਨ ਦੇ ਲਈ ਅਸੀਂ ਕੀ ਕਰ ਸਕਦੇ ਹਾਂ। ਕਿਉਂਕਿ ਜੇਕਰ ਖੇਤੀ ਬਿੱਲ ਰੱਦ ਵੀ ਹੋ ਜਾਂਦੇ ਹਨ, ਤਦ ਵੀ ਜਿਹੜੀ ਪੰਜਾਬ ਦੀ ਕਿਸਾਨੀ ਆ ਉਹ ਸੰਕਟਗ੍ਰਸਤ ਹੀ ਹੈ, ਅਤੇ ਉਹਨੂੰ ਸੰਕਟ 'ਚੋਂ ਕੱਢਣ ਲਈ ਕਿਸੇ ਨਵੇਂ ਮਾਡਲ ਦੀ ਉਡੀਕ ਹੈ, ਤਲਾਸ਼ ਹੈ। ਤਾਂ ਖੇਤੀ ਦੇ ਵਿੱਚ ਬਹੁਤ ਵੱਡੀਆਂ ਸੰਭਾਵਨਾਵਾਂ ਪਈਆਂ ਹਨ। ਇਹ ਕੀ ਸੰਭਾਵਨਾਵਾਂ ਪਈਆਂ ਹਨ, ਇਹਦੇ ਸੰਬੰਧੀ ਵਿਚਾਰ ਕਰਾਂਗੇ ਅੱਜ ਅਸੀਂ ਸਰਦਾਰ ਯਾਦਵਿੰਦਰ ਸਿੰਘ ਜੀ, ਮਾਝਾ ਹਲਦੀ ਫਾਰਮ, ਚਗਾਵਾਂ ਸਾਧਪੁਰ। ਯਾਦਵਿੰਦਰ ਜੀ, ਤੁਹਾਡਾ ਸਵਾਗਤ ਹੈ। ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਯਾਦਵਿੰਦਰ ਜੀ, ਪਹਿਲਾਂ ਤੁਸੀਂ ਸਾਨੂੰ ਇਹ ਦੱਸੋ ਕਿ ਜੋ ਮੌਜੂਦਾ ਸਮੇਂ
ਖੇਤੀ ਆਰਡੀਨੈਂਸ ਕਰਕੇ, ਖੇਤੀ ਬਿੱਲਾਂ ਕਰਕੇ ਜੋ ਸੰਘਰਸ਼ ਚੱਲ ਰਿਹਾ ਹੈ, ਜੇਕਰ ਖੇਤੀ ਬਿੱਲ ਰੱਦ ਹੋ ਜਾਂਦੇ ਹਨ ਤਾਂ ਕੀ ਮੌਜੂਦਾ ਖੇਤੀ ਮਾਡਲ ਜਿਹੜਾ ਆ ਉਹਦੇ ਵਿੱਚ ਖੇਤੀ ਦਾ ਸਰਵਾਈਵਲ ਹੈਗਾ? ਕੀ ਖੇਤੀ ਇੱਕ ਉਹਦੇ ਵਿੱਚ ਲਾਹੇਵੰਦ ਧੰਦਾ ਹੈਗੀ ਹੈ, ਜਾਂ ਫਿਰ ਕਿਸੇ ਨਵੇਂ ਮਾਡਲ ਦੇ ਲਈ, ਕਿਸੇ ਨਵੇਂ ਤਰੀਕੇ ਨਾਲ ਖੇਤੀਬਾੜੀ ਕਰਨ ਦੇ ਲਈ ਸਾਨੂੰ ਕੁਝ ਹੋਰ ਉਪਰਾਲੇ ਕਰਨੇ ਪੈਣਗੇ? ਇਹ ਡਾਕਟਰ ਸਾਹਿਬ, ਇਹ ਮੌਜੂਦਾ ਕਿਸਾਨੀ ਦੇ ਬਿੱਲ ਜਿਹੜੇ ਨੇ ਜੇ ਰੱਦ ਹੋ ਜਾਂਦੇ ਆ ਤਾਂ ਪੰਜਾਬ ਅਤੇ ਸਾਰੀ ਦੁਨੀਆ ਦੇ ਕਿਸਾਨਾਂ ਦੇ ਲਈ ਬਹੁਤ ਇੱਕ ਵੱਡੀ ਜਿੱਤ ਹੋਵੇਗੀ, ਔਰ ਇਹਦੇ ਨਾਲ ਸਾਡਾ ਜਿਹੜਾ ਹੈਗਾ ਏਕਤਾ ਅਤੇ ਸਾਡੇ ਇਤਿਹਾਸ ਦਾ ਸਾਨੂੰ ਬਹੁਤ ਜ਼ਿਆਦਾ ਫਖਰ ਹੋਵੇਗਾ। ਏਕਤਾ ਲੈ ਕੇ ਆਉਣਗੇ, ਔਰ ਸਾਨੂੰ ਲੱਗਦਾ ਹੈ ਕਿ ਆਸ ਹੋਣੀ ਚਾਹੀਦੀ ਹੈ ਕਿ ਬਿੱਲ ਰੱਦ ਹੋ ਜਾਣ। ਜੇ ਬਿੱਲ ਨਹੀਂ ਰੱਦ ਹੁੰਦੇ ਤਾਂ ਉਸ ਦੇ ਲਈ ਸਾਨੂੰ ਬਹੁਤ ਸਾਰੇ ਸੁਧਾਰ ਕਰਨ ਦੀ ਲੋੜ ਆ। ਸਾਨੂੰ ਆਪਣੇ ਰਵਾਇਤੀ ਖੇਤੀ ਚੱਕਰ ਵੱਲ ਵਾਪਸ ਮੁੜਨ ਦੀ ਲੋੜ ਆ, ਕਿਉਂਕਿ ਇਹ ਜਿਹੜਾ ਕਿਸਾਨੀ ਦਾ ਮਾਡਲ ਹੈ ਇਹ ਬਾਜ਼ਾਰ ਦੇ ਲਈ ਅਸੀਂ ਖੇਤੀ ਕਰਦੇ ਹਾਂ। ਸਾਨੂੰ ਬਾਜ਼ਾਰ ਦੇ ਲਈ ਖੇਤੀ ਕਰਨ ਕਰਕੇ ਆਪਣੀ ਜਿਣਸ ਵੇਚਣ ਦੇ ਲਈ ਮੰਡੀ ਦੇ ਉੱਤੇ, ਆੜ੍ਹਤੀਆਂ ਦੇ ਉੱਤੇ ਅਤੇ ਵੱਡੇ ਵਪਾਰੀਆਂ ਦੇ ਉੱਤੇ ਨਿਰਭਰ ਹੋਣਾ ਪੈਂਦਾ। ਇਸ ਕਰਕੇ ਉਸ ਖੇਤੀ ਨੂੰ ਛੱਡ ਕੇ ਰਵਾਇਤੀ ਖੇਤੀ ਜਿਹੜੀ ਰਸੋਈ ਦੇ ਉੱਤੇ ਨਿਰਭਰ ਹੈਗੀ ਸੀ, ਸਾਡੇ ਬਜ਼ੁਰਗ ਦਾਦੇ ਪੜਦਾਦੇ ਉਹ ਕਰਦੇ ਆਏ ਆ, ਸਾਨੂੰ ਉਸ ਖੇਤੀ ਨੂੰ ਅਪਣਾਉਣਾ ਪੈਣਾ। ਉਹਦੇ ਵਿੱਚ ਤੁਸੀਂ ਕਿਹੜੀਆਂ ਫਸਲਾਂ ਨੂੰ ਪ੍ਰਮੁੱਖ ਗਿਣਦੇ ਹੋ ਜਿਹਦੇ ਨਾਲ ਅਸੀਂ ਰਵਾਇਤੀ ਖੇਤੀ ਵੱਲ ਜਲਦੀ ਮੋੜਾ ਪਾ ਸਕਦੇ ਹਾਂ? ਮੈਂ ਆਪਣੀ ਉਦਾਹਰਨ ਪਹਿਲਾਂ ਦੇਣਾ ਚਾਹਾਂਗਾ ਕਿ ਅਸੀਂ ਕਣਕ ਝੋਨੇ ਦੇ ਰਵਾਇਤੀ ਫਸਲੀ ਚੱਕਰ 'ਚੋਂ ਨਿਕਲ ਕੇ ਹਲਦੀ ਦੀ ਖੇਤੀ ਕਰਨੀ ਸ਼ੁਰੂ ਕੀਤੀ, ਬਾਸਮਤੀ ਦੀ ਖੇਤੀ ਸ਼ੁਰੂ ਕੀਤੀ, ਔਰ ਹੌਲੀ ਹੌਲੀ ਨਾਲ ਦੀ ਨਾਲ ਮੱਕੀ ਔਰ ਦਾਲਾਂ ਨਾਲ ਕਮਾਦ ਦੀ ਖੇਤੀ ਜਿਹੜੀ ਹੈਗੀ ਆ ਉਹ ਸ਼ੁਰੂ ਕੀਤੀ ਆ। ਨਾਲ ਹੁਣ ਅਸੀਂ ਪਪੀਤਾ ਅਤੇ ਕੇਲੇ ਦੀ ਵੀ ਖੇਤੀ ਉਹਨੂੰ ਮਾਡਲ ਨੂੰ ਅਪਣਾਇਆ ਵਾ ਕਿ ਅਸੀਂ ਇੱਕ ਜਾਂ ਦੋ ਫਸਲਾਂ ਦੇ ਉੱਤੇ ਨਿਰਭਰ ਨਾ ਰਹੀਏ, ਵੱਧ ਫਸਲਾਂ ਦੇ ਉੱਤੇ ਨਿਰਭਰ ਰਹੀਏ ਅਤੇ ਉਹ ਫਸਲਾਂ ਸਾਡੀ ਰਸੋਈ ਦੀਆਂ ਲੋੜਾਂ ਵੀ ਪੂਰੀਆਂ ਕਰਨ। ਸਾਨੂੰ ਛੋਟੀ ਜਿਹੀ ਉਦਾਹਰਨ ਸਾਡੀ ਰਸੋਈ 'ਚੋਂ ਮਿਲ ਜਾਂਦੀ ਹੈ ਕਿ ਸਾਨੂੰ ਕਿਹੜੀ ਚੀਜ਼ ਦੀ ਲੋੜ ਆ, ਅਸੀਂ ਕਿਹੜੀ ਚੀਜ਼ ਖਾਣੀ ਆ, ਉਹ ਚੀਜ਼ ਅਸੀਂ ਬਾਜ਼ਾਰ ਦੇ ਵਿੱਚੋਂ ਨਾ ਲੈ ਕੇ ਆਈਏ, ਉਹ ਫਸਲਾਂ ਦੀ ਖੇਤੀ ਕਰੀਏ। ਹੁਣ ਸਿਆਲ ਦਾ ਸੀਜ਼ਨ ਆ, ਸਿਆਲ ਦੇ ਵਿੱਚ ਅਸੀਂ ਕਿਹੜੀ ਫਸਲ ਬੀਜ ਸਕਦੇ ਹਾਂ? ਛੋਲੇ, ਸਰੋਂ, ਤੋਰੀਆ, ਮਸਰ, ਕਮਾਦ, ਇਹਦਾ ਗੁੜ ਜਿਹੜਾ ਹੈਗਾ ਉਹ ਬਣ ਜਾਂਦਾ ਵਾ, ਔਰ ਸਬਜ਼ੀਆਂ ਜਿਹੜੀਆਂ ਹੈਗੀਆਂ ਵਾ ਉਹ ਆਪਾਂ ਬੀਜ ਸਕਦੇ ਹਾਂ। ਗਰਮੀਆਂ ਦੇ ਵਿੱਚ ਵਾਲੀਆਂ ਫਸਲਾਂ ਜਿਹੜੀਆਂ ਹੈਗੀਆਂ ਉਹ ਤੁਸੀਂ ਕਈ ਫਸਲਾਂ ਬੀਜ ਸਕਦੇ ਜੇ ਆਪਣੀ ਰਸੋਈ ਦੇ ਲਈ, ਔਰ 1 ਏਕੜ ਦੇ ਵਿੱਚ ਤੁਸੀਂ 8 ਕਨਾਲਾਂ ਦੇ ਵਿੱਚ 8 ਫਸਲਾਂ ਬੀਜ ਸਕਦੇ ਜੇ। ਜਿਹੜੀ ਵੀ ਤੁਹਾਨੂੰ ਰਸੋਈ ਦੇ ਵਿੱਚ ਤੁਸੀਂ ਬਾਹਰ ਜਾ ਕੇ ਖਰੀਦਣ ਦੀ ਲੋੜ ਪੈਂਦੀ ਆ, ਉਹ ਫਸਲ ਤੁਸੀਂ ਆਪ ਆਪਣੇ ਖੇਤਾਂ ਦੇ ਵਿੱਚ ਬੀਜ ਸਕਦੇ। ਅਤੇ ਇਹਦੇ ਲਈ ਕੋਈ ਵੱਖਰੀ ਕਿਸੇ ਸਾਇੰਟੀਫਿਕ ਰਿਸਰਚ ਦੀ ਲੋੜ ਨਹੀਂ ਆ, ਉਹ ਸਾਡੇ ਬਜ਼ੁਰਗ ਪਹਿਲਾਂ ਵੀ ਕਰਦੇ ਆਏ ਆ, ਉਹ ਸਾਨੂੰ ਫਿਰ ਅਪਣਾਉਣੀ ਪੈਣੀ ਆ। ਹਾਂਜੀ, ਜਿਵੇਂ ਪਹਿਲੀ ਜੋ ਪੰਜਾਬ ਦੇ ਵਿੱਚ ਮਾਡਲ ਚੱਲ ਰਿਹਾ ਆ ਜਿਹਦੇ ਵਿੱਚ ਕਣਕ ਝੋਨੇ ਦੀ ਇੱਕ ਮੇਜਰ ਫਸਲ ਲਈ ਜਾ ਰਹੀ ਹੈ, ਇਹ ਜਿਹੜਾ ਕ੍ਰੌਪ ਪੈਟਰਨ ਹੈ ਇਹਨੂੰ ਜਿਹੜਾ ਆਪਾਂ ਰਸਾਇਣਿਕ ਖੇਤੀ ਵੀ ਕਹਿੰਦੇ ਆ ਇਹਨੂੰ, ਜਾਂ ਵਾਟਰ ਇੰਟੈਂਸਿਵ ਖੇਤੀ ਵੀ ਕਹਿੰਦੇ ਆ। ਕੀ ਜਿਹੜੀਆਂ ਫਸਲਾਂ ਇਹ ਤੁਸੀਂ ਹੁਣੇ ਜ਼ਿਕਰ ਕੀਤਾ ਆ ਇਹਦੇ ਨਾਲ ਪੰਜਾਬ ਦੇ ਜੋ ਪਾਣੀ ਦੇ ਸੰਬੰਧੀ ਕ੍ਰਾਈਸਿਸ ਉੱਭਰ ਰਿਹਾ ਆਉਣ ਵਾਲੇ ਸਮੇਂ ਵਿੱਚ, ਉਹਦੇ ਵਿੱਚ ਕੀ ਸੁਧਾਰ ਹੋਣ ਦੀ ਆਸ ਹੈ? ਬਿਲਕੁਲ ਜੀ, ਇਹ ਬਹੁਤ ਜ਼ਿਆਦਾ ਪਾਣੀ ਨੂੰ ਖਰਾਬ ਕਰਨ ਵਾਲੀਆਂ ਫਸਲਾਂ ਮੰਨੀਆਂ ਗਈਆਂ, ਖਾਸ ਕਰਕੇ ਝੋਨਾ, ਔਰ ਉਹ ਬਹੁਤ ਜ਼ਿਆਦਾ ਪਾਣੀ ਮੰਗਦਾ ਵਾ। ਇੱਕ ਵਾਰ ਕੱਦੂ ਕਰੋ ਅਤੇ ਕੱਦੂ ਕਰਕੇ ਅਤੇ ਉਹਦਾ ਬਹੁਤ ਵੱਧ ਪਾਣੀ ਖਿਲਾਰਨਾ ਪੈਂਦਾ ਵਾ। ਚਲੋ, ਝੋਨੇ ਦੇ ਲਈ ਪਾਣੀ ਬਚਾਉਣ ਦੇ ਲਈ ਹੋਰ ਵੀ ਵਿਧੀਆਂ ਆ ਗਈਆਂ ਨੇ, ਬਹੁਤ ਸਾਰੀਆਂ ਵਿਧੀਆਂ ਜਿਹੜੀਆਂ ਕਾਮਯਾਬ ਨੇ ਪਿਛਲੇ ਸਮੇਂ ਤੋਂ। ਸਿੱਧੀ ਬਿਜਾਈ ਵਾਲੀ ਵਿਧੀ ਹੈ ਜਿਹਦੇ ਵਿੱਚ ਕੱਦੂ ਨਹੀਂ ਕਰਨਾ, ਛਟਾ ਦੇ ਕੇ ਵੀ ਤੁਸੀਂ ਬੀਜ ਸਕਦੇ ਜੇ, ਡਰਿੱਲ ਦੇ ਨਾਲ ਵੀ ਬੀਜ ਸਕਦੇ ਜੇ, ਜਿਹਦੇ ਵਿੱਚ ਕਣਕ ਦੇ ਵੱਢਾਂ ਦੇ ਵਿੱਚ ਹੀ ਬੀਜੀ ਜਾ ਸਕਦੀ ਆ। ਹੋਰ ਕਈ ਹੋਰ ਤਰੀਕਿਆਂ ਦੇ ਨਾਲ ਹੋ ਸਕਦਾ ਜਿਹਦੇ ਵਿੱਚ ਪਾਣੀ ਦੀ ਵਰਤੋਂ ਨਹੀਂ ਹੁੰਦੀ। ਇਸੇ ਤਰ੍ਹਾਂ ਕਣਕ ਦੇ ਬਿਜਾਈ ਵੀ ਸਿੱਧੀ ਹੈਪੀ ਸੀਡਰ ਦੇ ਨਾਲ ਜਾਂ ਹੋਰ ਵਿਧੀਆਂ ਦੇ ਨਾਲ ਵੀ ਹੋ ਸਕਦੀ ਆ। ਕਣਕ ਅਤੇ ਝੋਨਾ
ਇਹ ਫਸਲਾਂ ਨੂੰ ਬਹੁਤ ਜ਼ਿਆਦਾ ਇੱਕੋ ਵਾਰੀ ਆਪਣੇ ਝੋਨੇ ਨੂੰ ਤਾਂ ਬਹੁਤ ਜ਼ਿਆਦਾ ਪਾਣੀ ਦੀ ਲੋੜ ਪੈਂਦੀ ਹੈ, ਪਰ ਜਦੋਂ ਆਪਾਂ ਬਾਕੀ ਫਸਲਾਂ ਬੀਜਣੀਆਂ ਸ਼ੁਰੂ ਕਰਾਂਗੇ ਅਤੇ ਜਿਹੜਾ ਮੀਂਹ ਦਾ ਪਾਣੀ ਵਾ ਰੁੜ ਕੇ ਸਾਡਾ ਹਸਰੀਆਂ ਅਤੇ ਨਹਿਰਾਂ ਦਰਿਆਵਾਂ ਦੇ ਵਿੱਚ ਚਲੇ ਜਾਂਦਾ, ਉਹ ਪਾਣੀ ਸਾਡਾ ਜ਼ਮੀਨ ਦੇ ਵਿੱਚ ਜੀਰ ਜਾਊਗਾ। ਉਹਦੇ ਨਾਲ ਸਾਡਾ ਜ਼ਮੀਨ ਦਾ ਵਾਟਰ ਲੈਵਲ ਆ ਉਹ ਉੱਪਰ ਆਊਗਾ, ਉਹ ਨਾਸ ਨਹੀਂ ਹੋਊਗਾ ਕੀਮਤੀ ਪਾਣੀ, ਉਹ ਸਾਡਾ ਜ਼ਮੀਨ ਦੇ ਵਿੱਚ ਜਜ਼ਬ ਹੋਣ ਕਰਕੇ ਸਾਡਾ ਆਪਣਾ ਜ਼ਮੀਨ ਦਾ ਲੈਵਲ ਉੱਪਰ ਹੋਊਗਾ, ਤਾਂ ਕਰਕੇ ਪੰਜਾਬ ਦੀ ਖੇਤੀ ਕਿਸਾਨੀ ਬਚੀ ਰਹੂਗੀ। ਜੰਦਰ ਜੀ, ਇੱਕ ਸਵਾਲ ਮੈਂ ਤੁਹਾਨੂੰ ਹੋਰ ਪੁੱਛਣਾ ਚਾਹੁੰਦਾ ਵੀ ਜਿਸ ਤਰ੍ਹਾਂ ਜਿਹੜੀ ਪਹਿਲਾ ਪ੍ਰਚਲਿਤ ਖੇਤੀ ਮਾਡਲ ਹੈਗਾ ਜਿਹਦੇ ਵਿੱਚ ਅਸੀਂ ਇਹ ਕੰਮ ਕਰ ਜਿਹੜੀ ਫਸਲਾਂ ਬੀਜੀਆਂ ਜਾ ਰਹੀਆਂ ਨੇ, ਕਣਕ ਝੋਨਾ ਅਤੇ ਜਾਂ ਆਲੂ ਵੀ ਇੱਕ ਮੇਜਰ ਫਸਲ ਆ, ਇਹਨਾਂ ਫਸਲਾਂ ਦੇ ਵਿੱਚ ਜਿਹੜੀ ਖੇਤੀ ਦੀ ਇਨਪੁੱਟ ਆ, ਜਿਹੜੀ ਉਹਦੇ 'ਚ ਆਪਾਂ ਨੂੰ ਕਿ ਪੈਦਾਵਾਰ ਦੇ ਲਈ ਜਿਹੜਾ ਖਰਚਾ ਕਰਦੇ ਆ ਉਹ ਬਹੁਤ ਜ਼ਿਆਦਾ ਹੋ ਰਿਹਾ। ਉਹਨਾਂ ਖਰਚਿਆਂ ਨੂੰ ਘਟਾਉਣ ਸੰਬੰਧੀ ਤੁਹਾਡਾ ਕੀ ਤਜਰਬਾ ਰਿਹਾ ਹੁਣ ਤੱਕ? ਇਹ ਜਿਹੜੇ ਖਰਚੇ ਆ, ਆਪਾਂ ਇਨਪੁੱਟ ਕਾਸਟ ਵਧਾ ਲਈਆਂ ਵੱਧ ਝਾੜ ਲੈਣ ਦੇ ਲਈ, ਉਹ ਜਦੋਂ ਆਪਾਂ ਆਪਣੇ ਲਈ ਅਤੇ ਆਪਣੀ ਸਿਹਤ ਦੇ ਲਈ ਦੇਖਦੇ ਹਾਂ, ਆਪਣੀਆਂ ਫਸਲਾਂ ਉਪਜਾਉਣੀਆਂ ਸ਼ੁਰੂ ਕਰਦੇ ਹਾਂ, ਅਤੇ ਫਿਰ ਸਾਡਾ ਰਸਾਇਣਿਕ ਖਾਦਾਂ ਦੇ ਉੱਤੇ, ਕੀੜੇਮਾਰ ਦਵਾਈਆਂ ਦੇ ਉੱਤੇ ਧਿਆਨ ਨਹੀਂ ਜਾਂਦਾ। ਅਸੀਂ ਆਪਣੇ ਲਈ ਖੇਤੀ ਕਰਦੇ ਹਾਂ ਅਤੇ ਉਹ ਫਿਰ ਤੰਦਰੁਸਤ ਰਹਿਣ ਦੇ ਲਈ ਅਸੀਂ ਰਸਾਇਣਾਂ ਤੋਂ ਛੁਟਕਾਰਾ ਚਾਹੁੰਦੇ ਹਾਂ। ਇਹੋ ਹੀ ਲੋੜ ਜਿਹੜੀ ਹੈਗੀ ਆ ਸਾਨੂੰ, ਜਿਹੜੀ ਫਸਲ ਬੀਜਦੇ ਹਾਂ ਉਹ ਸਮਾਜ ਦੇ ਉੱਤੇ ਵੀ ਦੇਣ ਦੀ ਲੋੜ ਆ। ਇਸ ਕਰਕੇ ਜਿੰਨਾ ਵੀ ਆਪਾਂ ਕੁਦਰਤੀ ਖੇਤੀ ਵੱਲ ਜਾਂ ਆਪਣੀ ਰਵਾਇਤੀ ਖੇਤੀ ਵੱਲ ਵਾਪਸ ਮੁੜਦੇ ਹਾਂ ਅਤੇ ਉਹਦੇ ਨਾਲ ਬਹੁਤ 19-21 ਝਾੜ ਦਾ ਫਰਕ ਪੈਂਦਾ। ਇਹਦੇ ਲਈ ਸਾਨੂੰ ਵਿਸ਼ਵਾਸ ਕਰਨ ਦੀ ਲੋੜ ਆ ਕਿ ਅਸੀਂ ਆਪਣੀਆਂ ਰਵਾਇਤੀ ਫਸਲਾਂ ਨੂੰ ਪੁਰਾਣੇ ਤਰੀਕੇ ਦੇ ਨਾਲ ਹੀ ਖੇਤੀ ਕਰਨੀ ਸ਼ੁਰੂ ਕਰੀਏ। ਉਹ ਤਰੀਕਿਆਂ ਵਿੱਚ ਦੱਸੋ ਜੀ, ਜਿਹੜਾ ਇਹ ਆਪਾਂ ਖਰਚਾ ਘਟਾਉਣ ਦੇ ਲਈ, ਜਿਹੜਾ ਇਨਪੁੱਟ ਕਾਸਟ ਨੂੰ ਘਟਾਉਣ ਦੇ ਲਈ ਕੀ ਵਿਧੀਆਂ ਦੀ ਵਰਤੋਂ ਕੀਤੀ ਜਾਊਗੀ, ਇੱਕ ਗੱਲ। ਦੂਸਰੀ, ਇਹਦੇ ਨਾਲ ਝਾੜ ਕਿੰਨਾ ਕੁ ਘਟੇਗਾ ਅਤੇ ਜਿੰਨਾ ਹੁਣ ਖੇਤੀ ਤੋਂ ਆਮਦਨ ਹੋ ਰਹੀ ਹੈ ਕਿਸਾਨ ਨੂੰ, ਉਹਦੇ 'ਤੇ ਕਿੰਨਾ ਕੁ ਫਰਕ ਪਏਗਾ? ਇਹਦੇ ਵਿੱਚ ਪਹਿਲੀ ਗੱਲ ਤਾਂ ਹੈਗੀ ਹੈ ਕਿ ਇਹਦੇ ਨਾਲ ਕਿਹੜੀਆਂ ਵਿਧੀਆਂ ਅਪਣਾਈਆਂ ਜਾ ਸਕਦੀਆਂ ਕਿ ਸਾਡੀਆਂ ਖਾਦਾਂ ਵਾਂ, ਰਸਾਇਣਿਕ ਖਾਦਾਂ ਦੀ ਬਜਾਏ ਅਸੀਂ ਰੂੜੀ, ਜਿਹੜੀ ਆਪਾਂ ਆਮ ਹੀ ਵਰਤਦੇ ਰਹੇ ਹਾਂ, ਖੇਤਾਂ ਦੀ ਰਹਿੰਦ ਖੂੰਹਦ ਆ, ਪਰਾਲੀ ਆ, ਨਾੜ ਆ, ਜਾਂ ਜੋ ਵੀ ਜਿਹਨੂੰ ਕਿਸਾਨਾਂ ਨੂੰ ਕਹਿ ਦਿੱਤਾ ਕਿ ਇਹ ਅੱਗ ਲਾਉਂਦੇ ਆ, ਔਰ ਉਹਨੂੰ ਸੰਭਾਲ ਕੇ ਜ਼ਮੀਨ ਦੇ ਵਿੱਚ ਹੀ ਵਾਹ ਕੇ ਉਹ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਈ ਜਾ ਸਕਦੀ ਆ, ਤਾਂ ਜੋ ਰਸਾਇਣਿਕ ਖਾਦਾਂ ਦੀ ਲੋੜ ਨਾ ਪਵੇ। ਇਹ ਦੋ ਚੀਜ਼ਾਂ ਜਿਹੜੀਆਂ ਹੈਗੀਆਂ, ਉਹ ਨਾਲ ਜਿਹੜਾ ਵਰਮੀ ਕੰਪੋਸਟ ਤਿਆਰ ਕਰਕੇ ਉਹਦੇ ਨਾਲ ਅਸੀਂ ਉਹਦੀ ਖੁਰਾਕੀ ਤੱਤਾਂ ਦੀ ਲੋੜ ਪੂਰੀ ਕਰ ਸਕਦੇ ਹਾਂ। ਬਾਕੀ ਹੋਰ ਵੀ ਹੈ ਕਿ ਸਾਡੇ ਕੋਲ ਜੀਵ ਅੰਮ੍ਰਿਤ ਜਾਂ ਹੋਰ ਤਰੀਕੇ ਦੇ ਨਾਲ ਜੋ ਵੀ ਘਰਾਂ ਦੀ ਰਸੋਈ ਦੀ ਰਹਿੰਦ ਖੂੰਹਦ ਆ, ਛਿੱਲੜ ਆ, ਸਬਜ਼ੀਆਂ ਦੇ ਛਿਲਕੇ ਆ, ਜਾਂ ਡੰਗਰਾਂ ਦਾ ਪਿਸ਼ਾਬ ਹੋ ਗਿਆ, ਉਹਨੂੰ ਡਰਮਾਂ ਦੇ ਵਿੱਚ ਇਕੱਠਾ ਕਰਕੇ ਅਤੇ ਉਹਨੂੰ ਅਸੀਂ ਹੌਲੀ ਹੌਲੀ ਪੈਲੀਆਂ ਦੇ ਵਿੱਚ ਦੇ ਸਕਦੇ ਹਾਂ। ਉਹਦੀ ਸਪਰੇਅ ਵੀ ਕਰ ਸਕਦੇ ਹਾਂ। ਘਰਾਂ ਦੇ ਵਿੱਚ ਦੁੱਧ ਵੀ ਖਰਾਬ ਹੋ ਜਾਂਦਾ, ਪਨੀਰ ਬਣਾਉਂਦੇ ਹਾਂ ਅਤੇ ਪਨੀਰ ਦਾ ਪਾਣੀ ਵੀ ਆਪਾਂ ਨਾਲੀ ਦੇ ਵਿੱਚ ਰੋੜ ਦਿੰਦੇ ਹਾਂ, ਉਹਨੂੰ ਵੀ ਇਕੱਠਾ ਕਰਕੇ ਡਰਮਾਂ ਦੇ ਵਿੱਚ ਰੱਖ ਸਕਦੇ ਹਾਂ ਔਰ ਫਸਲਾਂ ਦੇ ਉੱਤੇ ਸਪਰੇਅ ਕਰਨ ਦੇ ਲਈ ਵਰਤ ਸਕਦੇ ਹਾਂ। ਉਹਦੇ ਨਾਲ ਸਾਡੇ ਇਨਪੁੱਟ ਕਾਸਟ ਘੱਟ ਜਾਂਦੀਆਂ ਨੇ। ਇਨਪੁੱਟ ਕਾਸਟ ਘੱਟ ਗਈਆਂ ਅਤੇ ਉਹਦੇ ਨਾਲ ਜਿਹੜੀ ਖੁਰਾਕੀ ਤੱਤ ਵਾ ਉਹ ਸਾਡੇ ਜ਼ਮੀਨ ਦੇ ਖੁਰਾਕੀ ਤੱਕ ਪੂਰੇ ਹੋਣੇ ਹੀ ਹੋਣੇ ਆ। ਉਹਦੇ ਨਾਲ ਸਾਨੂੰ ਬਾਹਰੋਂ ਰਸਾਇਣਿਕ ਖਾਦਾਂ ਅਤੇ ਹੋਰ ਦਵਾਈਆਂ ਦੀ ਜਾਂ ਮਾਈਕਰੋ ਨਿਊਟਰੈਂਟਸ ਦੀ ਲੋੜ, ਛਿੜਕਾਅ ਕਰਨ ਦੀ ਲੋੜ ਨਹੀਂ ਪੈਣੀ। ਪਾਥੀਆਂ ਦੀ ਗੱਲ ਕਰਦੇ ਹਾਂ ਕਿ ਆਪਾਂ ਪਾਥੀਆਂ ਸਿਰਫ ਪਾਣੀ, ਅੱਗ ਬਾਲਣ ਦੇ ਲਈ, ਚੁੱਲ੍ਹੇ ਬਾਲਣ ਦੇ ਲਈ ਹੀ ਕਰਦੇ ਰਹੇ ਹਾਂ, ਪਰ ਉਹਨਾਂ ਨੂੰ ਜੇ ਆਪਾਂ ਡੋਬ ਕੇ ਅਤੇ 3-4 ਦਿਨ ਡੋਬਣ ਤੋਂ ਬਾਅਦ ਵਿੱਚ ਨਿਤਾਰ ਕੇ ਪਾਣੀ ਦੀ ਸਪਰੇਅ ਕਰੀਏ ਤਾਂ ਉਹ ਬਹੁਤ ਸਾਰੇ ਜ਼ਰੂਰੀ ਖੁਰਾਕੀ ਤੱਤ ਵਾ ਉਹ ਪੂਰੇ ਕਰ ਦਿੰਦੇ ਆ। 4-5 ਰੁਪਏ ਦੀ ਪਾਥੀ ਉਹ ਤੁਹਾਡੇ 3-4 ਹਜ਼ਾਰ ਰੁਪਏ ਦੀ ਸੂਖਮ ਤੱਤਾਂ ਦੀ ਸਪਰੇਅ ਦੇ ਬਰਾਬਰ ਆ ਜਾਂਦੀ ਆ। ਇਹ ਇਨਪੁੱਟ ਕਾਸਟ ਜਿਹੜੀਆਂ ਹੈਗੀਆਂ ਉਹ ਆਪਾਂ ਘਰਾਂ ਤੋਂ ਹੀ ਪੂਰੀਆਂ ਕਰ ਲੈਣੀਆਂ। ਫੰਗੀਸਾਈਡ ਦਾ ਇਹੋ ਹੀ ਹੈ ਕਿ ਖੱਟੀ ਲੱਸੀ ਦੇ ਵਿੱਚ ਤਾਂਬੇ ਦਾ ਟੋਟਾ ਪਾ ਦਿਓ ਅਤੇ ਉਹਦੀ ਸਪਰੇਅ ਕਰ ਦਿਓ ਅਤੇ ਉਹ ਜਿਹੜੇ ਉੱਲੀ ਰੋਗ ਆ ਨਹੀਂ ਮਿਲਣਗੇ। ਕਈ ਬਹੁਤ ਸਾਰੀਆਂ ਮਹਿੰਗੀਆਂ ਦਵਾਈਆਂ ਵਾ ਜਿਹੜੀਆਂ ਜੜ੍ਹਾਂ ਦਾ ਗਾਲਾ ਵਾ ਉਹ ਦੂਰ ਨਹੀਂ ਕਰਦੀਆਂ, ਪਰ ਆ ਜਿਹੜੀ ਖੱਟੀ ਲੱਸੀ ਆ ਜਾਂ ਹੋਰ ਆ ਜੈਵਿਕ ਕਲਚਰ ਜਿਹੜੇ ਹੈਗੇ ਆ ਉਹ ਤੁਸੀਂ ਆਪ ਡਰਮਾਂ ਦੇ ਵਿੱਚ ਤਿਆਰ ਕਰ ਸਕਦੇ ਜੇ, ਉਹਦੇ ਨਾਲ ਤੁਸੀਂ ਦੂਰ ਕਰ ਸਕਦੇ ਜੇ। ਇਹਦਾ ਮਤਲਬ ਆ ਸਾਡੇ ਕੋਲ ਹਰ ਇੱਕ ਚੀਜ਼ ਹੈਗੀ ਆ, ਅਸੀਂ ਆਪ ਤਿਆਰ ਕਰ ਸਕਦੇ ਹਾਂ। ਜਿਹੜੀਆਂ ਉਹ ਚੀਜ਼ਾਂ ਦੁਕਾਨਾਂ ਤੋਂ ਲੈ ਕੇ ਆਉਣੀਆਂ, ਫੈਕਟਰੀਆਂ ਨੂੰ ਮੁਨਾਫਾ ਦੇਣਾ ਵਾ, ਉਹ ਅਸੀਂ ਕੁਝ ਕੁ ਥੋੜ੍ਹੀ ਜਿਹੀ ਮਿਹਨਤ ਅਤੇ ਥੋੜ੍ਹਾ ਜਿਹਾ ਮਨ ਬੰਨ੍ਹਣ ਦੀ ਲੋੜ ਆ, ਉਹਦੇ ਲਈ ਕਰਕੇ ਅਸੀਂ ਤਿਆਰ ਕਰ ਸਕਦੇ ਹਾਂ। ਔਰ ਝਾੜ ਘਟਣ ਦੀ ਗੱਲ ਜਿਹੜੀ ਹੈਗੀ ਉਹ ਸਵਾਲ ਆ। ਬਹੁਤ ਕਿਸਾਨ ਵੀਰ ਇਹ ਸਮਝਦੇ ਆ ਕਿ ਰਸਾਇਣਿਕ ਖਾਦਾਂ ਵੱਧ ਪਾਇਆ ਹੀ ਝਾੜ ਵਧੂਗਾ। ਉਹ ਬਹੁਤ ਗਲਤ ਸੋਚ ਵਾ, ਉਹ ਬਹੁਤ ਗਲਤ ਧਾਰਨਾ ਵਾ। ਜਿੰਨੀ ਅਸੀਂ ਵੱਧ ਰਸਾਇਣਿਕ
ਖਾਦਾਂ ਤੇ ਦਵਾਈਆਂ ਦੀ ਵਰਤੋਂ ਕਰਾਂਗੇ ਓਨਾ ਝਾੜ ਜਿਹੜਾ ਹੈਗਾ ਜ਼ਮੀਨ ਦੇ ਵਿੱਚ ਘਟਦਾ ਵਾ, ਉਹ ਸਾੜ ਪੈਂਦਾ ਵਾ। ਜਦ ਕਦੀ ਆਪਾਂ ਦੇਖਦੇ ਹਾਂ ਕਿ ਜਦੋਂ ਵੀ ਕਿਸੇ ਨੇ ਵੱਧ ਖਾਦ ਦਾ ਛਟਾ ਦੇ ਦਿੱਤਾ ਜਾਂ ਕੁਛ ਵੀ ਕਿਸੇ ਥਾਂ ਦੇ ਉੱਤੇ ਵੱਧ ਡਿੱਗ ਪਈ ਹੈ ਤਾਂ ਉੱਥੇ ਫਸਲ ਸੜ ਜਾਂਦੀ ਹੈ। ਇਹ ਰਸਾਇਣਿਕ ਖਾਦਾਂ ਦੇ ਨੁਕਸਾਨ। ਜਦੋਂ ਅਸੀਂ ਨੈਚੁਰਲ ਖੇਤੀ ਵਿੱਚ ਜਾਂਦੇ ਹਾਂ ਅਤੇ ਵੱਧ ਕੋਈ ਵੀ ਚੀਜ਼ ਜਦੋਂ ਆਪਾਂ ਪਾ ਦਿੰਦੇ ਹਾਂ ਤਾਂ ਉਹਦਾ ਨੁਕਸਾਨ ਨਹੀਂ ਹੁੰਦਾ। ਠੀਕ ਆ, ਇਸ ਕਰਕੇ ਖੁਰਾਕੀ ਤੱਤ ਜਿਹੜੇ ਹੈਗੇ ਸਾਰੇ ਕੁਦਰਤੀ ਵਿਧੀਆਂ ਨਾਲ ਸਾਡੇ ਪੂਰੇ ਹੋ ਜਾਂਦੇ ਆ। ਉਹ ਝਾੜ ਹੋ ਸਕਦਾ ਕਿ 1 ਜਾਂ 2 ਸਾਲ ਘਟੇ, ਇੰਨਾ ਜ਼ਿਆਦਾ ਨਹੀਂ ਕਿ ਜਿੰਨਾ ਤੁਸੀਂ ਇਨਪੁਟ ਵਧਾ ਦਿੱਤੀ ਆ ਓਨਾ ਨਹੀਂ ਘਟਣਾ, ਉਤੋਂ ਬਹੁਤ ਥੋੜ੍ਹਾ ਘਟਣਾ ਅਤੇ ਹੌਲੀ ਹੌਲੀ ਜਿਹੜਾ ਹੈਗਾ ਸਟੇਬਲ ਹੋ ਜਾਣਾ। ਕਿਉਂਕਿ ਜ਼ਮੀਨ ਦੀ ਜਦੋਂ ਸਿਹਤ ਸੁਧਰ ਗਈ, ਕਾਰਬਨਿਕ ਮਾਦਾ ਜਿਹੜਾ ਹੈਗਾ ਜ਼ਮੀਨ ਨੂੰ ਲੋੜ ਵਾ, ਮੱਲੜ ਜਿਹੜਾ ਹੈਗਾ ਉਹਦੇ ਵਿੱਚ ਪੂਰਾ ਹੋ ਗਿਆ, ਅਤੇ ਉਹ ਫਿਰ ਸਾਡਾ ਝਾੜ ਨਹੀਂ ਘਟੂਗਾ। ਮਤਲਬ ਕਿ ਜਿਹੜੀਆਂ ਇਹ ਵਿਧੀਆਂ ਇਹਦੇ ਨਾਲ ਜਿਹੜੀ ਖੇਤੀ ਉਹ ਜ਼ਿਆਦਾ ਸਮੇਂ ਲਈ ਸਸਟੇਨੇਬਲ ਹੋ ਸਕਦੀ ਹੈ। ਬਿਲਕੁਲ ਜੀ ਬਿਲਕੁਲ, ਇਹ ਸਸਟੇਨੇਬਲ ਸਾਡੇ ਬਜ਼ੁਰਗਾਂ ਨੇ ਕੀਤੀ ਹੈ ਅਤੇ ਸਾਨੂੰ ਉਹਨਾਂ ਦੇ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਵਾ। ਇਹ ਬੜੀ ਇੰਟਰਸਟਿੰਗ ਗੱਲ ਹੈ ਕਿਉਂਕਿ ਹਜ਼ਾਰਾਂ ਸਾਲ ਤੋਂ ਸਾਡੇ ਬਜ਼ੁਰਗ ਇੱਥੇ ਖੇਤੀ ਕਰਦੇ ਆ ਰਹੇ ਆ, ਔਰ ਅਸੀਂ ਪਿਛਲੇ 1960 ਤੋਂ ਲੈ ਕੇ ਜੋ ਹੁਣ ਤੱਕ ਦੇ 60 ਸਾਲ ਆ, ਇਹਦੇ ਵਿੱਚ ਖੇਤੀ ਕਰਦਿਆਂ ਹੋਇਆਂ ਐਸੀਆਂ ਵਿਧੀਆਂ ਅਪਣਾਈਆਂ ਕਿ ਜਿਹੜੀ ਜ਼ਮੀਨ ਆ ਉਹਦੀ ਉਪਜਾਊ ਸ਼ਕਤੀ ਘਟਾਈ ਹੈ। ਤੋ ਇਹ ਤੁਹਾਡੇ ਦੱਸਣ ਮੁਤਾਬਕ ਉਹ ਖੇਤੀ ਦੀ ਉਪਜਾਊ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ, ਅਤੇ ਜਿਹੜੀ ਨਿਰਭਰਤਾ ਆ ਬਾਹਰ ਮਾਰਕੀਟ ਦੇ ਵਿੱਚੋਂ ਅਸੀਂ ਜੋ ਵੀ ਮਨਿਓਰ ਖਰੀਦਦੇ ਹਾਂ, ਜਿਹੜੀਆਂ ਖਾਦਾਂ ਦਵਾਈਆਂ ਖਰੀਦਦੇ ਹਾਂ, ਉਹ ਤੋਂ ਬਚਿਆ ਜਾ ਸਕਦਾ। ਤੋ ਇਸ ਗੱਲ ਦੇ ਵਿੱਚ ਅਸੀਂ ਅਗਲੇ ਸਵਾਲ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਜੋ ਤੁਸੀਂ ਉਤਪਾਦਨ ਕਰਦੇ ਹੋ ਉਹਦੀ ਫਿਰ ਮਾਰਕੀਟਿੰਗ ਦਾ ਤੁਹਾਡੇ ਕੋਲ ਕੀ ਤਰੀਕਾ ਹੈ? ਤੁਸੀਂ ਕਿਸ ਤਰ੍ਹਾਂ ਆਪਣੀ ਚੀਜ਼ਾਂ ਨੂੰ ਮੰਡੀ ਵਿੱਚ ਪਹੁੰਚਾਉਂਦੇ ਹੋ? ਉਹਨਾਂ ਦੀ ਵਿਕਰੀ ਦੇ ਲਈ ਤੁਹਾਡੇ ਕੋਲ ਕੀ ਤਰੀਕੇ ਨੇ? ਜਦੋਂ ਆਪਾਂ ਆਪਣੀ ਪ੍ਰੋਡਿਊਸ ਨੂੰ ਵੰਡ ਲੈਂਦੇ ਹਾਂ ਵੱਖਰੇ ਵੱਖਰੇ ਹਿੱਸਿਆਂ ਦੇ ਵਿੱਚ, ਅਤੇ ਸਾਡੀ ਉਤਪਾਦਨ ਜਿਹੜਾ ਹੈਗਾ ਵਾ ਉਹ ਬੇਲੋੜਾ ਉਤਪਾਦਨ ਨਹੀਂ ਹੁੰਦਾ। ਉਹ ਉਤਪਾਦਨ ਇੱਕ ਸੀਮਿਤ ਉਤਪਾਦਨ ਹੋਣ ਕਰਕੇ ਸਾਨੂੰ ਮੰਡੀ ਦੇ ਵਿੱਚ ਬਹੁਤ ਜ਼ਿਆਦਾ ਜਾਣ ਦੀ ਲੋੜ ਨਹੀਂ ਪੈਂਦੀ। ਉਸ ਉਤਪਾਦਨ ਨੂੰ ਆਪਾਂ ਜਦੋਂ ਆਪਣੀ ਕਿਸਾਨ ਹੱਟ ਦੇ ਉੱਤੇ ਵੇਚਦੇ ਹਾਂ, ਅਸੀਂ ਪਿਛਲੇ ਸਮੇਂ ਦੇ ਵਿੱਚ 2008 ਤੋਂ ਇੱਕ ਨਿੱਕੀ ਜਿਹੀ ਮਾਝਾ ਹਲਦੀ ਹੱਟ ਖੋਲ੍ਹੀ। ਜਦੋਂ ਅਸੀਂ ਹਲਦੀ ਦੀ ਖੇਤੀ ਸ਼ੁਰੂ ਕੀਤੀ, ਡਿਵਰਸੀਫਾਈ ਕੀਤਾ ਆਪਣੇ ਕਿਸਾਨ ਕਣਕ ਝੋਨੇ ਦੇ ਫਸਲੀ ਚੱਕਰ ਤੋਂ, ਉਸ ਹਲਦੀ ਦੀ ਮੰਡੀ ਅਸੀਂ ਆਪ ਪੈਦਾ ਕੀਤੀ। ਉਹਦੇ ਲਈ ਅਸੀਂ ਇੱਕ ਨਿੱਕੀ ਜਿਹੀ ਪੈਲੀ ਦੇ ਬਾਹਰ ਸੜਕ ਦੇ ਕੰਢੇ ਇੱਕ ਨਿੱਕੀ ਜਿਹੀ ਦੁਕਾਨ ਪਾ ਦਿੱਤੀ, ਅਤੇ ਉਹਦੇ ਉੱਤੇ ਅਸੀਂ ਬਹਿ ਕੇ ਅਤੇ ਆਪ ਬਹਿ ਕੇ ਹਲਦੀ ਵੇਚਣੀ ਸ਼ੁਰੂ ਕੀਤੀ। ਪਹਿਲਾਂ ਤਾਂ ਸਾਨੂੰ ਬਹੁਤ ਝਾਕਾ ਲੱਗਾ ਕਿ ਲੋਕ ਕੀ ਕਹਿਣਗੇ, ਪੜ੍ਹ ਲਿਖ ਕੇ ਹੱਟੀ ਦੇ ਉੱਤੇ ਬਹਿ ਗਏ ਜਾਂ ਕੋਈ। ਉਹ ਹੌਲੀ ਹੌਲੀ ਜਦੋਂ 1 ਕਿਲੋ 1.5 ਕਿਲੋ 2 ਕਿਲੋ ਰੋਜ਼ ਵੇਚਣੀ ਸ਼ੁਰੂ ਹੋਈ, ਅਤੇ ਫਿਰ ਸਾਡਾ ਆਪਣੇ ਉੱਤੇ ਵਿਸ਼ਵਾਸ ਜਿਹੜਾ ਹੈਗਾ ਹੋਰ ਜ਼ਿਆਦਾ ਵੱਧ ਗਿਆ। ਔਰ ਇਹ ਸਾਰੇ ਕਿਸਾਨਾਂ ਦੀ ਲੋੜ ਆ ਕਿ ਜਿੰਨੀ ਵੀ ਜਿਨਸ ਪੈਦਾ ਕਰਦੇ ਆ ਉਹ ਆਪਣੇ ਜੋਗੀ ਕਰਨ। ਜਦੋਂ ਆਪਣੇ ਜੋਗੀ ਜਾਂ ਥੋੜ੍ਹੀ ਸੀਮਿਤ ਮਾਤਰਾ ਦੇ ਵਿੱਚ ਕਰਨਗੇ, ਅਤੇ ਉਹ ਛੋਟੀ ਜਿਹੀ ਹੱਟੀ ਦੇ ਵਿੱਚ ਆਪਣੀ ਵੇਚਣੀ ਸ਼ੁਰੂ ਕਰਨਗੇ, ਤਾਂ ਗਾਹਕ ਜਿਹੜੇ ਬਜ਼ਾਰੀ ਹੱਟੀਆਂ ਦੇ ਉੱਤੇ ਜਾਂ ਰੇਹੜੀਆਂ ਦੇ ਉੱਤੇ ਜਾਂ ਹੋਰਾਂ ਥਾਵਾਂ ਦੇ ਉੱਤੇ ਜਾ ਕੇ ਅਤੇ ਜਿਨਸ ਲੈ ਕੇ ਆਉਂਦੇ ਆ, ਉਹ ਚੀਜ਼ ਉਹ ਤੁਹਾਡੇ ਕੋਲੋਂ ਖਰੀਦਣਗੇ। ਗਾਹਕ ਜਿਹੜਾ ਹੈਗਾ ਉਹ ਸਿੱਧਾ ਕਿਸਾਨ ਕੋਲ ਖਰੀਦਣ ਦਾ ਚਾਹਵਾਨ ਹੈਗਾ। ਇਹ ਬਹੁਤ ਵੱਡੀ ਜਿਹੜੀ ਹੈਗੀ ਸਾਨੂੰ ਵਿਸ਼ਵਾਸ ਦੀ ਪ੍ਰਾਪਤੀ ਹੋਈ ਆ ਕਿ ਗਾਹਕ ਸਿੱਧਾ ਕਿਸਾਨ ਕੋਲੋਂ ਚੀਜ਼ ਲੈ ਕੇ ਅਤੇ ਉਹ ਖਾਣਾ ਚਾਹੁੰਦਾ ਵਾ। ਇਸ ਕਰਕੇ ਆਪਣੀ ਚੀਜ਼ ਆਪ ਬੀਜ ਕੇ ਆਪ ਉਹਦਾ ਮੰਡੀਕਰਨ ਕਰਨ ਦੇ ਵਿੱਚ ਮਜ਼ਾ ਵੀ ਬਹੁਤ ਆਉਂਦਾ, ਆਨੰਦ ਵੀ ਆਉਂਦਾ। ਸਾਰਾ ਪਰਿਵਾਰ ਵੀ ਇਹ ਕੰਮ ਕਰਦਾ, ਔਰ ਉਹਦੇ ਨਾਲ ਸਾਡੇ ਸਾਰੇ ਸਾਲ ਦੀ ਵੀ ਸਰਕਲ ਪੂਰਾ ਹੁੰਦਾ। ਇਸ ਕਰਕੇ ਅਸੀਂ ਇਹ ਮੰਨਦੇ ਹਾਂ ਕਿ ਮੰਡੀਕਰਨ ਦੀ ਕੋਈ ਸਮੱਸਿਆ ਨਹੀਂ ਆ। ਇਹ ਮਤਲਬ ਕਿ ਤੁਸੀਂ ਖੇਤੀ ਦਾ ਉਤਪਾਦਨ ਵੀ ਕਰਦੇ ਹੋ ਅਤੇ ਉਹਦਾ ਮੰਡੀਕਰਨ ਵੀ ਖੁਦ ਕਰਦੇ ਹੋ, ਅਤੇ ਤੁਸੀਂ ਇਹ ਵੀ ਮੰਨਦੇ ਹੋ ਕਿ ਖੇਤੀ ਇੱਕ ਲਾਹੇਵੰਦ ਧੰਦਾ ਹੈ। ਮੈਂ ਇਹਦੇ 'ਤੇ ਤੁਹਾਨੂੰ ਸਵਾਲ ਕਰਨਾ ਚਾਹੁੰਦਾ ਕਿ ਇੱਕ ਬੜਾ ਤਕੜਾ ਨੈਰੇਟਿਵ ਜਿਹੜਾ ਆ ਉਹ ਸਥਾਪਿਤ ਕੀਤਾ ਜਾ ਚੁੱਕਾ ਆ ਕਿ ਖੇਤੀ ਲਾਹੇਵੰਦ ਧੰਦਾ ਨਹੀਂ ਹੈ। ਸਾਰੇ ਪਾਸੇ ਹੀ ਇਹ ਗੱਲ ਮਸ਼ਹੂਰ ਹੈ ਕਿ ਬਾਕੀ ਮੁਲਕਾਂ ਵਿੱਚ ਖੇਤੀ ਲਾਹੇਵੰਦ ਧੰਦਾ ਨਹੀਂ ਹੈ, ਔਰ ਇਹਦੇ ਬਾਵਜੂਦ ਜਿਹੜਾ ਕਾਰਪੋਰੇਟ ਵਰਲਡ ਆ ਉਹ ਖੇਤੀ ਦੇ ਵਿੱਚ ਆਉਣ ਦੇ ਲਈ, ਖੇਤੀ ਨੂੰ ਆਪਣੇ ਹੱਥਾਂ ਹੇਠ ਕਰਨ ਦੇ ਲਈ ਪੱਬਾਂ ਭਾਰ ਹੋਇਆ ਫਿਰ ਰਿਹਾ, ਇੱਕ ਗੱਲ। ਅਤੇ ਦੂਸਰੀ ਗੱਲ ਇਹ ਕਿ ਕਰੋਨਾ ਸੰਕਟ ਦੇ ਸਮੇਂ ਜਦੋਂ ਸਾਰੇ ਕਾਰੋਬਾਰ ਠੱਪ ਹੋਏ ਆ ਅਤੇ ਸਿਰਫ ਖੇਤੀ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਬਚੀ ਰਹੀ ਆ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਨੈਰੇਟਿਵ ਜਿਹੜਾ ਆ ਇਹਦੇ ਵਿੱਚ ਕੋਈ ਸੱਚਾਈ ਹੈ ਜਾਂ ਇਹ ਝੂਠਾ, ਇੱਕ ਝੂਠ ਦਾ ਪਲੰਦਾ ਹੀ ਸਥਾਪਿਤ ਕੀਤਾ ਗਿਆ? ਇਹ ਮੇਰੀ ਜਿਹੜੀ ਸਮਝ ਦੇ ਵਿੱਚ ਇਹ ਗੱਲ ਆਈ ਆ ਕਿ ਕਿਸਾਨੀ ਸਭ ਤੋਂ ਉੱਤਮ ਧੰਦਾ ਵਾ। ਉੱਤਮ ਖੇਤੀ, ਮੱਧਮ ਵਪਾਰ ਅਤੇ ਨਖਿੱਧ ਚਾਕਰੀ,
ਇਹ ਚੀਜ਼ ਜਿਹੜੀ ਇਹ ਗੱਲ ਵਾ ਸਾਡੇ ਸੱਭਿਆਚਾਰ ਦਾ, ਸਾਡੇ ਫੇਥ ਦਾ ਹਿੱਸਾ ਵਾ। ਇਹਦੇ ਵਿੱਚ ਸਾਨੂੰ ਤੋੜਨ ਦੇ ਲਈ ਇਹ ਗੱਲ ਪ੍ਰਚਾਰੀ ਗਈ ਹੈ ਕਿ ਕਿਸਾਨੀ ਲਾਹੇਵੰਦਾ ਧੰਦਾ ਨਹੀਂ ਹੈਗਾ। ਜਦੋਂ ਅਸੀਂ ਆਪਣੇ ਲਈ ਜਾਂ ਆਪਣੇ ਆਂਢੀਆਂ ਗੁਆਂਢੀਆਂ ਦੇ ਲਈ ਖੇਤੀ ਕਰਦੇ ਹਾਂ ਤਾਂ ਉਹ ਬਹੁਤ ਲਾਹੇ ਦੀ ਆ, ਉਹਦੇ ਨਾਲ ਪੁੰਨ ਵੀ ਮਿਲਦਾ ਅਤੇ ਇੱਕ ਦੂਜੇ ਦੇ ਨਾਲ ਸਾਂਝ ਵੀ ਵੱਧਦੀ ਆ। ਜਦੋਂ ਅਸੀਂ ਬਾਜ਼ਾਰ ਦੇ ਲਈ ਖੇਤੀ ਕਰਨ ਲੱਗ ਪਏ ਤਾਂ ਉਦੋਂ ਫਿਰ ਉਹ ਜਿਹੜਾ ਕਿਸਾਨੀ ਆ ਉਹ ਘਾਟੇ ਦਾ ਸੌਦਾ ਹੋਣ ਲੱਗ ਪਈ ਕਿ ਅਸੀਂ ਲੋੜ ਤੋਂ ਵੱਧ ਉਤਪਾਦਨ ਕਰਕੇ ਉਹ ਮੰਡੀ ਦੇ ਵਿੱਚ ਦੂਜੇ ਦੇ ਉੱਤੇ ਨਿਰਭਰ ਹੋਣ ਲੱਗ ਪਏ। ਜਦੋਂ ਸਾਡੀ ਨਿਰਭਰਤਾ ਆੜ੍ਹਤੀ ਦੇ ਉੱਤੇ, ਵਪਾਰੀ ਦੇ ਉੱਤੇ ਵੱਧ ਗਈ ਤਾਂ ਉਦੋਂ ਸਾਡਾ ਜਿਹੜਾ ਹੈਗਾ ਵਾ ਸਵੈ ਮਾਣ ਅਤੇ ਸਾਡੀ ਜਿਹੜੀ ਹੈਗੀ ਵਿਸ਼ਵਾਸ ਆ, ਅਸੀਂ ਫਸਲ ਬਹੁਤ ਇਮਾਨਦਾਰੀ ਦੇ ਨਾਲ ਅਤੇ ਬੜੀ ਸੁਚੱਜਤਾ ਅਤੇ ਮਿਹਨਤ ਦੇ ਨਾਲ ਪੈਦਾ ਕੀਤੀ ਆ, ਉਸ ਫਸਲ ਦਾ ਦੂਜਾ ਜਣਾ ਮੁੱਲ ਪਾਉਂਦਾ ਵਾ, ਉਦੋਂ ਸਾਨੂੰ ਮਨ ਦੇ ਵਿੱਚ ਚੀਜ਼ ਤਾਂ ਉੱਠਦੀ ਆ, ਪਰ ਜਦੋਂ ਉਹਦਾ ਸਹੀ ਮੁੱਲ ਨਹੀਂ ਪੈਂਦਾ, ਜਦੋਂ ਆਪਾਂ ਲੋੜ ਤੋਂ ਵੱਧ ਪੈਦਾ ਕਰ ਦਿੰਦੇ ਹਾਂ, ਸਹੀ ਮੁੱਲ ਨਹੀਂ ਪੈਂਦਾ। ਇੱਕ 2000 ਵਾਲੀ ਮੱਕੀ ਜਦੋਂ ਘੱਟ ਹੁੰਦੀ ਆ ਤਾਂ 2400 ਦੀ ਵਿਕਦੀ ਆ, ਅਤੇ ਪਿਛਲੇ ਸਾਲ ਦੇ ਵਿੱਚ ਆ ਜਿਹੜਾ ਹੁਣ ਲੰਘਿਆ ਸਾਲ ਆ ਉਹ ਉਹੋ ਹੀ ਮੱਕੀ ਆ ਇੱਕ ਵੇਲੇ 600 ਦੀ ਵਿਕਦੀ ਆ। ਅਤੇ ਉਦੋਂ ਸਾਡੀ ਜਿਹੜੀ ਹੈਗੀ ਆ ਉਹ ਕਿਸਾਨੀ ਘਾਟੇਵੰਦਾ ਸੌਦਾ ਲੱਗਦੀ ਆ। ਪਰ ਅਸੀਂ ਬਾਜ਼ਾਰ ਦੇ ਲਈ ਜਾਂ ਹੋਰਾਂ ਦੇ ਲਈ ਖੇਤੀ ਕਰਦੇ ਹਾਂ ਤਾਂ ਕਰਕੇ। ਜਦੋਂ ਅਸੀਂ ਕਿਸਾਨ ਆ, ਛੋਟੇ ਜਿਹੇ ਕਿਸਾਨ ਆ, ਸਾਰੇ ਪੰਜਾਬ ਦੇ ਸਾਰੇ ਕਿਸਾਨ ਆਪਣੇ ਜੋਗੀ ਖੇਤੀ ਕਰਨ ਲੱਗਣਗੇ, ਉਹ ਖੇਤੀ ਦੀ ਮੰਡੀਕਰਨ ਵੀ ਆਪ ਕਰਨ ਲੱਗਣਗੇ, ਤਾਂ ਉਹ ਲਾਹੇਵੰਦਾ ਸੌਦਾ ਜਿਹੜਾ ਹੈਗਾ ਵਾ ਉਹ ਸਾਨੂੰ ਲੱਗਣ ਲੱਗ ਪਊਗਾ। ਸਾਡੇ ਬੱਚੇ ਵੀ ਜਿਹੜੇ ਹੈਗੇ ਆ ਉਹ ਉਸ ਖੇਤੀ ਨੂੰ ਨਾਲ ਹੱਥ ਵਟਾਉਂਦੇ ਆ। ਨਿੱਕੀ ਨਿੱਕੀ ਗੱਲ ਜਿਹੜੀ ਹੈਗੀ ਆ, ਖਾਦਾਂ ਖੁਰਾਕ ਜ਼ਮੀਨ ਦੇ ਵਿੱਚੋਂ ਕਿੱਦਾਂ ਲੈਂਦੇ ਆ, ਵਰਮੀ ਕੰਪੋਸਟ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਆ, ਉਹਦੀਆਂ ਜੜ੍ਹਾਂ ਜਿਹੜੀਆਂ ਹੈਗੀਆਂ ਉਹ ਕਿਸ ਤਰੀਕੇ ਦੇ ਨਾਲ ਵੱਧਦੀਆਂ ਵਾ, ਬੱਚੇ ਸਾਡੇ ਹੱਥ ਵੀ ਵਟਾਉਂਦੇ ਆ ਅਤੇ ਉਹ ਕੰਮ ਜਿਹੜਾ ਹੈਗਾ ਬਹੁਤ ਵਧੀਆ ਤਰੀਕੇ ਦੇ ਨਾਲ ਕਰਦੇ ਆ। ਜਿੰਨਾ ਚਿਰ ਤੱਕ ਪਰਿਵਾਰ ਅਤੇ ਬੱਚੇ ਸਾਡੇ ਨਾਲ ਨਹੀਂ ਕੰਮ ਕਰਨਗੇ ਉਹਨਾਂ ਚਿਰ ਤੱਕ ਘਾਟੇ ਦਾ ਸੌਦਾ, ਅਤੇ ਜਦੋਂ ਸਾਰੇ ਰਲ ਕੇ ਕੰਮ ਕਰਨਗੇ ਤਾਂ ਉਦੋਂ ਵਾਧੇ ਦਾ ਸੌਦਾ। ਇੱਕ ਇਹਦੇ ਨਾਲ ਜੁੜਵਾਂ ਹੀ ਸਵਾਲ ਮੈਂ ਹੋਰ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਮੌਜੂਦਾ ਸਮੇਂ ਦੇ ਵਿੱਚ ਜਿਹੜੇ ਨੌਜਵਾਨ ਆ ਉਹ ਖੇਤੀ ਤੋਂ ਦੂਰ ਜਾ ਰਹੇ ਆ, ਇਹਦੇ ਸੰਬੰਧੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਨੌਜਵਾਨ ਖੇਤੀ ਤੋਂ ਦੂਰ ਜਾ ਰਹੇ ਆ, ਇਹਦਾ ਕਾਰਨ ਇਹ ਆ ਕਿ ਸਾਡੇ ਨੌਜਵਾਨਾਂ ਨੂੰ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਇਹ ਯਕੀਨ ਦਿਵਾਇਆ ਕਿ ਕਿਸਾਨੀ ਲਾਹੇਵੰਦਾ ਸੌਦਾ ਨਹੀਂ ਆ। ਜੇ ਤੁਸੀਂ ਪੁੱਤ ਪੜ੍ਹ ਲਓ, ਸਕੂਲਾਂ ਦੇ ਵਿੱਚ ਅਸੀਂ ਇਹੋ ਸੁਣਦੇ ਆਏ ਹਾਂ ਕਿ ਪੁੱਤ ਪੜ੍ਹ ਲਓ, ਜੇ ਪੜ੍ਹੋਗੇ ਤਾਂ ਕੁਝ ਬਣ ਜਾਓਗੇ, ਨੌਕਰ ਹੋ ਜਾਓਗੇ, ਨਹੀਂ ਤਾਂ ਵਾਹੀ ਜੋਗੇ ਰਹਿ ਜਾਓਗੇ। ਇਹ ਸਾਡੇ ਦਿਮਾਗ ਦੇ ਵਿੱਚ ਆਈਡੀਆ ਪਾਇਆ ਵਾ, ਤਾਂ ਕਰਕੇ ਉੱਥੇ ਵਾਹੀ ਨੂੰ ਜਿਹੜਾ ਆ ਉਹ ਨਖਿੱਧ ਦਰਜੇ 'ਤੇ ਰੱਖਿਆ ਗਿਆ। ਬਿਲਕੁਲ ਜੀ, ਇਹ ਸਿਲੇਬਸ ਦੇ ਵਿੱਚ ਸਾਡੀ ਸਿੱਖਿਆ ਪ੍ਰਣਾਲੀ ਦੇ ਵਿੱਚ ਇੱਕ ਬਹੁਤ ਤਗੜੀ ਘਾਟ ਆ ਕਿ ਜਿਹੜੀ ਨੌਜਵਾਨ ਨੇ ਸਾਡਾ ਹੱਥ ਵਟਾਉਣਾ ਵਾ, ਕਿਸਾਨਾਂ ਦਾ ਹੱਥ ਵਟਾਉਣਾ ਵਾ, ਉਹ ਨੌਜਵਾਨਾਂ ਦੇ ਮਨ ਦੇ ਵਿੱਚ ਆਪਣੇ ਪਿਤਾ ਪੁਰਖੀ ਅਤੇ ਕਿੱਤਿਆਂ ਦੇ ਲਈ ਹੀਣਤਾ ਦੀ ਭਾਵਨਾ ਪੈਦਾ ਕਰ ਦਿੱਤੀ ਹੈ, ਜਿਹੜੀ ਸਾਨੂੰ ਗੁਰੂਆਂ ਦੇ ਆਪ ਕਿਰਤ ਕਰਕੇ ਵਾਹੀ ਕਰਨੀ ਸਿਖਾਈ ਹੈ। ਗੁਰੂ ਨਾਨਕ ਪਾਤਸ਼ਾਹ ਨੇ ਅਖੀਰਲੀ ਉਮਰ ਦੇ ਵਿੱਚ ਆਪ ਕਿਰਤ ਕੀਤੀ ਆ, ਆਪ ਕਿਸਾਨੀ ਕੀਤੀ ਆ। ਉਹਦੇ ਨਾਲੋਂ ਤੋੜਨ ਦੇ ਲਈ ਇਹ ਮੇਰੇ ਖਿਆਲ ਦੇ ਨਾਲ ਇਹ ਕੰਮ ਜਿਹੜਾ ਹੈਗਾ ਉਹ ਪ੍ਰਚਾਰਿਆ ਗਿਆ। ਇੱਕ ਸਵਾਲ ਮੈਂ ਇਸ ਸੰਬੰਧੀ ਹੋਰ ਪੁੱਛਣਾ ਚਾਹੁੰਦਾ ਤੁਹਾਨੂੰ, ਜਿਵੇਂ ਤੁਸੀਂ ਹੁਣੇ ਦੱਸਿਆ ਕਿ ਤੁਸੀਂ ਉਤਪਾਦਨ ਵੀ ਆਪ ਕਰਦੇ ਹੋ ਅਤੇ ਉਹਦੀ ਮਾਰਕੀਟਿੰਗ ਵੀ ਆਪ ਕਰਦੇ ਹੋ, ਪਰ ਜਿਹੜਾ ਖੇਤੀ ਸੰਕਟ ਆ ਇਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਰਕਾਰ ਦੇ ਕਰਨ ਵਾਲੀਆਂ ਹੈਗੀਆਂ। ਤਾਂ ਨੀਤੀ ਦੀ ਪੱਧਰ 'ਤੇ ਸਰਕਾਰ ਨੂੰ ਤੁਸੀਂ ਕੀ ਸੁਜੈਸ਼ਨ ਦੇਣਾ ਚਾਹੁੰਦੇ ਹੋ ਕਿ ਸਰਕਾਰ ਜਿਹੜੀਆਂ ਪੋਲਿਸੀਜ਼ ਉਹ ਕਿਸ ਤਰ੍ਹਾਂ ਬਣਾਵੇ? ਜਿਵੇਂ ਮੈਂ ਉਦਾਹਰਨ ਦੇ ਤੌਰ 'ਤੇ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਵੇਂ ਇੱਕ ਸਾਲ ਸਾਡੇ ਮਟਰਾਂ ਦਾ ਭਾਅ ਵੱਧ ਜਾਵੇ ਅਤੇ ਅਗਲੇ ਸਾਲ ਮਟਰਾਂ ਦੀ ਜਿਹੜੀ ਆ ਉਹ ਬਿਜਾਈ ਆ ਵੱਧ ਜਾਂਦੀ ਹੈ, ਅਤੇ ਜੇ ਇੱਕ ਸਾਲ ਬਾਸਮਤੀ ਦਾ ਝਾੜ ਵੱਧ ਗਿਆ ਜਾਂ ਭਾਅ ਵੱਧ ਗਿਆ ਅਤੇ ਅਗਲੇ ਸਾਲ ਬਾਸਮਤੀ ਥੱਲੇ ਰਕਬਾ ਵੱਧ ਜਾਂਦਾ ਹੈ। ਇਸ ਤਰ੍ਹਾਂ ਅਸੀਂ ਇਹਨੂੰ ਪੋਲਿਸੀ ਦੇ ਪੱਧਰ 'ਤੇ ਤੁਸੀਂ ਕੀ ਸੁਝਾਅ ਦੇਣਾ ਚਾਹੋ ਸਰਕਾਰ ਨੂੰ, ਜਿਹਦੇ ਨਾਲ ਜਿਹੜੀ ਸਾਡੀ ਬਿਜਾਈ ਆ ਉਹਦਾ ਰਕਬਾ ਵੀ ਨਿਯੰਤਰਿਤ ਰਹੇ, ਇੱਕ ਕੰਟਰੋਲਡ ਤਰੀਕੇ ਨਾਲ ਬੀਜੀ ਜਾਵੇ, ਮਾਰਕੀਟ ਦੀਆਂ ਲੋੜਾਂ ਵੀ ਪੂਰੀਆਂ ਹੋਣ, ਅਤੇ ਜਿਹੜੀ ਕਿਸਾਨੀ ਉਹ ਵੀ ਲਾਹੇਵੰਦੇ ਧੰਦੇ ਵਜੋਂ ਸਥਾਪਿਤ ਰਹੇ? ਇਸ ਸੰਬੰਧ ਦੇ ਵਿੱਚ ਤਾਂ ਇਹੀ ਹੈ ਕਿ ਕਿਸਾਨਾਂ ਨੂੰ ਇੱਕ ਯਕੀਨ ਦਿਵਾਇਆ ਜਾਵੇ ਕਿ ਤੁਸੀਂ ਆਹ ਫਸਲ ਇੰਨੀ ਮਾਤਰਾ ਦੇ ਵਿੱਚ ਬੀਜੋਗੇ ਅਤੇ ਅਸੀਂ ਖਰੀਦਾਂਗੇ, ਉਹਦਾ ਘੱਟੋ ਘੱਟ ਮੁੱਲ ਤੈਅ ਕੀਤਾ ਜਾਵੇ ਬਿਜਾਈ ਹੋਣ ਤੋਂ ਪਹਿਲਾਂ। ਸਰਕਾਰਾਂ ਹੁਣ ਵੀ ਤੈਅ ਕਰਦੀਆਂ, ਪਿਛਲੇ ਕਈ ਸਾਲਾਂ ਤੋਂ ਤੈਅ ਕਰਦੀਆਂ ਆਈਆਂ ਨੇ, ਪਰ ਦਿੰਦੀਆਂ ਨਹੀਂ ਆ। ਔਰ ਹੁਣ ਆਹ ਆਰਡੀਨੈਂਸ ਜਿਹੜੇ ਹੈਗੇ ਆ ਇਹ ਇਹੋ ਹੀ ਲੈ ਕੇ ਆਉਂਦੇ ਆ ਕਿ ਤੁਹਾਨੂੰ
ਵਪਾਰੀ ਸਿੱਧੇ ਆਉਣਗੇ ਤੇ ਤੁਹਾਡੇ ਕੋਲ ਜਿੰਸ ਖਰੀਦ ਕੇ ਲੈ ਜਾਣਗੇ, ਪਰ ਉਹਦਾ ਘੱਟੋ ਘੱਟ ਸਮਰਥਨ ਮੁੱਲ ਜਿਹੜਾ ਹੈਗਾ ਵਾ ਉਹ ਤੈਅ ਨਹੀਂ ਰਹੂਗਾ ਕਿ ਕਿਹੜੇ ਮੁੱਲ ਦੇ ਉੱਤੇ ਖਰੀਦਣਗੇ। ਜਿੱਦਾਂ MSP ਮੱਕੀ ਦਾ ਮੁੱਲ ਇੱਕ ਜਿਹੜਾ ਹੈਗਾ ਵਾ, ਕੁਝ ਮੈਨੂੰ ਯਾਦ ਨਹੀਂ ਆ ਕਿੰਨਾ ਮੁੱਲ ਘੱਟੋ ਘੱਟ ਤੈਅ ਆ, ਪਰ ਉਹ 600 ਰੁਪਏ ਤੱਕ ਵਿਕ ਗਈ ਆ। ਉਹ ਇੱਕ ਨੀਤੀ ਤੋਂ ਪਹਿਲਾਂ 1850 ਮੱਕੀ ਦਾ ਭਾਅ ਆ ਔਰ 600 ਰੁਪਏ ਤੱਕ ਵਿਕ ਗਈ ਆ। ਇਹਦਾ ਮਤਲਬ ਕਿ ਕਿਸਾਨ ਨੇ 1850 ਰੁਪਈਆ ਵੇਖ ਕੇ ਮੱਕੀ ਦਾ ਭਾਅ ਤੇ ਮੱਕੀ ਬੀਜ ਲਈ, ਪਰ ਜਦੋਂ ਵੇਚਣ ਗਿਆ ਤੇ ਪ੍ਰਾਈਵੇਟ ਵਪਾਰੀ ਜਿਹੜਾ ਹੈਗਾ ਵਾ ਉਹ 600 ਰੁਪਈਆ ਦੇ ਰਿਹਾ ਵਾ। ਸਰਕਾਰਾਂ ਨੂੰ ਇਹਦੇ ਉੱਤੇ ਨਿਗਰਾਨੀ ਵੀ ਕਰਨੀ ਚਾਹੀਦੀ ਆ, ਇੱਕ ਏਰੀਆ ਵੀ ਤੈਅ ਕਰਨਾ ਚਾਹੀਦਾ ਵਾ ਕਿ ਉਹ ਇੰਨੇ ਏਰੀਏ ਦੇ ਵਿੱਚ ਮੱਕੀ ਬੀਜਾਉਣ ਔਰ ਉਹਦੀ ਖਰੀਦ ਆਪ ਕਰਨ। ਔਰ ਇਹ ਬਹੁਤ ਜ਼ਰੂਰੀ ਹੈ ਕਿ ਸਰਕਾਰਾਂ ਕੋਲ, ਸਾਡੇ ਸਰਕਾਰਾਂ ਕੋਲ ਇਨਫਰਾਸਟਰਕਚਰ ਪੂਰਾ ਹੈਗਾ ਵਾ। ਸਭ ਤੋਂ ਵੱਧ ਪੰਜਾਬ ਦੇ ਕੋਲ ਇਨਫਰਾਸਟਰਕਚਰ ਆ ਔਰ ਉਹ ਇਨਫਰਾਸਟਰਕਚਰ ਨੂੰ ਬਹੁਤ ਸਹੀ ਤਰੀਕੇ ਦੇ ਨਾਲ ਰਿਸ਼ਵਤਖੋਰੀ ਤੋਂ ਮੁਕਤ ਹੋ ਕੇ ਉਹਨੂੰ ਸਹੀ ਤਰੀਕੇ ਨਾਲ ਲਾਗੂ ਕਰਨ, ਤਾਂ ਹੀ ਪੰਜਾਬ ਤੇ ਪੰਜਾਬ ਦੀ ਕਿਸਾਨੀ ਜਿਹੜੀ ਹੈਗੀ ਉਹ ਬਚੀ ਰਹਿ ਸਕਦੀ ਆ। ਔਰ ਇਹਦੇ ਲਈ ਸਾਡੇ ਕਿਸਾਨਾਂ ਨੂੰ ਜਿਹੜੇ ਹੈਗੇ ਉਸ ਪੱਧਰ ਦੇ ਉੱਤੇ ਕੰਮ ਕਰਨ ਵਾਲੇ ਆ ਕਿ ਨਿੱਕੀਆਂ ਨਿੱਕੀਆਂ ਜਿਹੜੀਆਂ ਮੰਡੀਆਂ ਵਾ, ਜਦੋਂ ਸਾਲ ਦੇ ਵਿੱਚ 2 ਮਹੀਨੇ ਹੀ ਖੁੱਲ੍ਹਦੀਆਂ ਨੇ, ਕਣਕ ਦੇ ਸੀਜ਼ਨ ਦੇ ਵਿੱਚ ਜਾਂ ਝੋਨੇ ਦੇ ਜਦੋਂ ਆਉਂਦੀ ਹੈ ਫਸਲ, ਅਤੇ ਇਸ ਸੀਜ਼ਨ ਤੋਂ ਬਾਅਦ 'ਚ ਲਗਭਗ 9-10 ਮਹੀਨੇ ਵਿਹਲੀਆਂ ਰਹਿੰਦੀਆਂ ਵਾ। ਕਿਸਾਨਾਂ ਨੂੰ ਆਪਣੀ ਜਿੰਸ ਜਿਹੜੀ ਹੈਗੀ ਉਹਨਾਂ ਮੰਡੀਆਂ ਦੇ ਸ਼ੈੱਡਾਂ ਦੇ ਥੱਲੇ ਵੇਚਣੀ ਜ਼ਰੂਰ ਚਾਹੀਦੀ ਆ। ਉਹ ਮੰਡੀ ਬਣਾ ਲੈਣ, ਆਪਣੀ ਜਿੰਸ ਦੀ ਮਾਰਕੀਟਿੰਗ ਕਰਨ ਦੇ ਲਈ ਇੱਕ ਗਰੁੱਪ ਬਣਾ ਲੈਣ ਅਤੇ ਉੱਥੇ ਆਪਣੀ ਸੜਕਾਂ ਦੇ ਲਾਗੇ, ਸੜਕਾਂ ਲੰਘਦੀਆਂ ਬਹੁਤ ਵਧੀਆ ਵਾ, ਗਾਹਕ ਹੌਲੀ ਹੌਲੀ ਜਿਹੜੇ ਹੈਗੇ ਜੁੜਨੇ ਸ਼ੁਰੂ ਹੋ ਜਾਣਗੇ। ਸਾਡੀ ਮਾਝਾ ਹਲਦੀ ਕਿਸਾਨ ਹੱਟ ਦੇ ਉੱਤੇ ਲੋਕ ਗਾਹਕ ਜਿਹੜੇ ਹੈਗੇ ਆ ਰੋਜ਼ ਆਉਂਦੇ ਆ, ਸਾਡੇ ਲਗਭਗ 3600 ਗਾਹਕ ਜੁੜੇ ਹੋਏ ਨੇ ਔਰ ਉਹ ਇੱਕ ਸਾਲ ਦੇ ਵਿੱਚ ਨਹੀਂ, ਰੋਜ਼ ਗਾਹਕ ਜਿਹੜੇ ਹੈਗੇ ਵੱਧਦੇ ਜਾਂਦੇ ਨੇ। ਪਹਿਲੇ ਦਿਨ ਜਿੰਨੇ ਖੜੀ ਆ ਉਹਨੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਵਰਤ ਕੇ ਦੱਸੀ ਆ ਕਿ ਚੰਗੀ ਆ, ਉਹਨਾਂ ਨੇ ਅਗਲੇ ਬੰਨੇ ਰਿਸ਼ਤੇਦਾਰਾਂ ਨੂੰ ਵਰਤ ਕੇ ਦੱਸੀ ਆ ਅਤੇ ਉੱਥੋਂ ਮਿਲਦੀ ਜੇ, ਕਿੱਥੋਂ ਮਿਲਦੀ ਜੇ, ਫਲਾਣੇ ਥਾਂ ਦੇ ਉੱਤੋਂ। ਇਸ ਤਰੀਕੇ ਦੇ ਨਾਲ ਉਹ ਮੰਡੀ ਜਿਹੜੀ ਹੈਗੀ ਡਿਵੈਲਪ ਹੋ ਜਾਂਦੀ ਆ ਔਰ ਇਹ ਕਿਸਾਨਾਂ ਦੇ ਲਈ ਬਹੁਤ ਵੱਡੀ ਲੋੜ ਆ ਕਿ ਸਰਕਾਰ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਥਾਂ ਅਲਾਟ ਕਰੇ ਅਤੇ ਉਹ ਸਿਰਫ ਅਤੇ ਸਿਰਫ ਕਿਸਾਨ ਹੀ ਉਸ ਮੰਡੀ ਦੇ ਵਿੱਚ ਆਪਣੀ ਜਿੰਸ ਵੇਚ ਸਕਣ ਅਤੇ ਗਾਹਕ ਸਿੱਧਾ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਪਹੁੰਚ ਸਕਣ। ਇਹ ਸਰਕਾਰ ਦੇ ਬਣਾਉਣ ਦੀ ਪਾਲਿਸੀ ਹੈਗੀ ਆ। ਇਹ ਬਹੁਤ ਵਧੀਆ ਖਿਆਲ ਹੈ ਕਿ ਜਿਹੜੀਆਂ ਸਾਡੀਆਂ ਮੰਡੀਆਂ ਨੇ, ਜਿਹੜੇ ਸ਼ੈੱਡ ਬਣੇ ਹੋਏ, ਯਾਰਡ ਬਣੇ ਹੋਏ ਆ, ਉਹਨਾਂ ਦੀ ਵਰਤੋਂ ਹੀ ਕਰਦੇ ਆ ਕਣਕ ਝੋਨੇ ਦੇ ਸੀਜ਼ਨ ਵਾਸਤੇ ਵਿੱਚ ਬਹੁਤ ਥੋੜ੍ਹੇ ਦਿਨਾਂ ਵਾਸਤੇ। ਅਤੇ ਤੁਹਾਡੇ ਦੱਸਣ ਮੁਤਾਬਕ ਜਿੰਨਾ ਵੀ ਸਾਡਾ ਸਬਜ਼ੀਆਂ ਦਾ ਸੀਜ਼ਨ ਆ, ਜੇ ਉਹ ਲਗਭਗ 3-4 ਮਹੀਨੇ ਦਾ ਸਬਜ਼ੀਆਂ ਦਾ ਸੀਜ਼ਨ ਰਹਿੰਦਾ ਆ, ਸਿਆਲ ਦਾ, ਇਸ ਤਰ੍ਹਾਂ 3-4 ਮਹੀਨੇ ਦਾ ਗਰਮੀਆਂ ਦਾ ਸੀਜ਼ਨ, ਤੋਂ ਵੱਧ ਦਿਨ ਜਿਹੜੇ ਉਹਦੀ ਵਰਤੋਂ ਕੀਤੀ ਜਾ ਸਕਦੀ ਹੈ। ਇੱਕ ਹੋਰ ਗੱਲ ਹੈਗੀ ਆ ਕਿ ਜਿਹੜੇ ਸਰਕਾਰ ਦੀਆਂ ਪਾਲਿਸੀਆਂ ਹੈਗੀਆਂ ਕਿ ਸਰਕਾਰੀ ਜਗ੍ਹਾਵਾਂ, ਸਰਕਾਰੀ ਸ਼ਾਮਲਾਟਾਂ ਉਹ ਸਾਰੀਆਂ ਵੇਚ ਕੇ ਅਤੇ ਖਜ਼ਾਨਾ ਭਰਨ ਜਾਂ ਡੰਗ ਟਪਾਉਣ ਦੀਆਂ ਨੀਤੀਆਂ ਵਰਤਣ ਦੀ ਡਈ ਆ। ਉਹਦੀ ਜਗ੍ਹਾ ਦੇ ਉੱਤੇ ਜਿਹੜੀਆਂ ਵੀ ਸਰਕਾਰੀ ਥਾਵਾਂ ਹੈਗੀਆਂ ਵਾ, ਕੋਈ ਹਸਪੀਟਲ ਦੀ ਬਿਲਡਿੰਗ ਵਧੀਆ ਬਣੀ ਹੈ ਜਾਂ ਪਟਵਾਰਖਾਨੇ ਦੀ ਬਣੀ ਜਾਂ ਕਿਸੇ ਵੀ ਥਾਂ ਦੇ ਉੱਤੇ ਚੰਗੀ ਬਿਲਡਿੰਗ ਬਣੀ ਹੈ, ਜਿਹਨੂੰ ਥੋੜ੍ਹਾ ਬਹੁਤਾ ਸ਼ਿੰਗਾਰ ਕੇ ਅਤੇ ਉਹਦੀ ਸਫਾਈ ਕਰਵਾ ਕੇ ਕਿਸਾਨਾਂ ਦੀ ਮੰਡੀ ਇਸਟੈਬਲਿਸ਼ ਕੀਤੀ ਜਾਵੇ। ਉਸ ਜਗ੍ਹਾ ਦੇ ਉੱਤੇ ਵੇਚਣ ਦੀ ਥਾਂ ਦੇ ਉੱਤੇ ਕਿਸਾਨਾਂ ਦੀ ਮੰਡੀ ਇਸਟੈਬਲਿਸ਼ ਕੀਤੀ ਜਾਵੇ ਅਤੇ ਉਹ ਇੱਕ ਬਹੁਤ ਵੱਡਾ ਹੱਲ ਹੋ ਸਕਦਾ ਵਾ। ਬਹੁਤ ਬਾਜ਼ਾਰ ਦੇ ਵਿੱਚ ਗਾਹਕ ਆਉਂਦੇ ਆ ਅਤੇ ਉਹਨਾਂ ਥਾਵਾਂ ਦੇ ਉੱਤੇ ਆਸਾਨੀ ਨਾਲ ਗਾਹਕ ਆਉਣਗੇ ਔਰ ਗਾਹਕਾਂ ਨੂੰ ਖਲੋ ਕੇ ਟ੍ਰੈਫਿਕ ਜਿਹੜੀ ਹੈਗੀ ਆਪਣੀ ਪਾਰਕਿੰਗ ਦੀ ਸਮੱਸਿਆ ਵੀ ਨਹੀਂ ਹੋਊਗੀ। ਬਹੁਤ ਖੁੱਲ੍ਹੇ ਥਾਂ ਵਾ, ਉਹਨਾਂ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਮਤਲਬ ਇਹ ਜਿਹੜਾ ਆਈਡੀਆ ਵਾ, ਇਹਨੂੰ ਜਿਹੜੇ ਮਲਟੀਨੈਸ਼ਨਲ ਕੰਪਨੀਜ਼ ਨੇ ਉਹ ਇਹਨੂੰ ਕੈਸ਼ ਕਰਨ ਦੇ ਲਈ ਪੱਬਾਂ ਭਾਰ ਹੋਏ ਫਿਰਦੇ ਆ। ਉਹ ਇਸ ਤਰ੍ਹਾਂ ਨਾਅਰੇ ਦੇ ਰਹੇ, ਫਾਰਮ ਟੂ ਫੋਕ ਵਾਲੇ ਨਾਅਰੇ ਉਹ ਦੇ ਰਹੇ ਆ, ਜਾਂ ਫਾਰਮ ਟੂ ਕਿਚਨ ਦੇ ਨਾਅਰੇ ਉਹ ਦੇ ਰਹੇ ਆ, ਪਰ ਜਿਹੜਾ ਕਿਸਾਨ ਹੈ ਉਹ ਵੀ ਇਹਨੂੰ ਵਰਤ ਸਕਦਾ। ਅਤੇ ਮੈਂ ਜਾਨਵਰ ਜੀ ਤੁਹਾਡੇ ਕੋਲ ਇੱਕ ਅਗਲਾ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਜਿਹੜੇ ਖੇਤੀ ਆਰਡੀਨੈਂਸ ਆਏ ਆ, ਇਹਦੇ ਵਿੱਚ ਕੰਟਰੈਕਟ ਫਾਰਮਿੰਗ ਦਾ ਇੱਕ ਕਾਨੂੰਨ ਹੈ, ਅਤੇ ਜਿਹੜਾ ਕੰਟਰੈਕਟ ਫਾਰਮਿੰਗ ਹੈ ਉਹਨੂੰ ਪੰਜਾਬ ਦੇ ਨੈਚੁਰਲ ਰਿਸੋਰਸਿਸ ਦੀ ਲੁੱਟ ਦੇ ਨੁਕਤੇ ਤੋਂ ਤੁਸੀਂ ਕਿਵੇਂ ਦੇਖਦੇ ਹੋ? ਬਿਲਕੁਲ ਜੀ, ਨੈਚੁਰਲ ਫਾਰਮਿੰਗ ਦੇ ਵਿੱਚ, ਕੰਟਰੈਕਟ ਫਾਰਮਿੰਗ ਦੇ ਵਿੱਚ ਨੈਚੁਰਲ ਰਿਸੋਰਸਿਸ ਦੀ ਲੁੱਟ ਤੇ ਇਹੀ ਹੈ ਕਿ ਪੰਜਾਬ ਸੱਭਿਅਤਾ ਜਿਹੜੀ ਹੈਗੀ ਆ, ਸਭ ਤੋਂ ਪੁਰਾਣੀ ਸੱਭਿਅਤਾ ਪੰਜਾਬ ਦੇ ਵਿੱਚ ਪੈਦਾ ਹੋਈ ਆ। ਸਿੰਧੂ ਘਾਟੀ ਦੀ ਸੱਭਿਅਤਾ ਜਿਹੜੀ ਹੈਗੀ ਆ ਪੰਜਾਬ ਤੋਂ ਦਰਿਆਵਾਂ ਦੀ, 5 ਦਰਿਆਵਾਂ ਦੀ ਧਰਤੀ ਦੇ ਵਿੱਚ ਜਿਹੜਾ ਹੈਗਾ ਸੱਭਿਅਤਾ ਪੈਦਾ ਹੋਈ ਆ ਔਰ ਉੱਥੋਂ ਪਨਪੀ ਆ। ਉਹਨਾਂ ਲੋਕਾਂ ਨੇ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਆਣ ਕੇ ਵਾਸ ਕੀਤਾ ਔਰ ਫਿਰ ਇੱਥੇ ਪਹਿਲਾਂ ਮਾਸ ਦੇ ਲਈ ਸ਼ਿਕਾਰ ਕਰਦੇ ਸੀ ਔਰ ਫਿਰ ਉਹਨਾਂ ਨੇ ਅੰਨ ਖਾਣਾ ਸ਼ੁਰੂ ਕੀਤਾ, ਅੰਨ ਉਗਾਉਣਾ ਸ਼ੁਰੂ ਕੀਤਾ
ਔਰ ਉਸ ਪ੍ਰੋਸੈਸ ਦੇ ਵਿੱਚ ਆਪਣੀਆਂ ਬਹੁਤ ਜ਼ਮੀਨਾਂ ਦੇ ਉੱਤੇ ਅੰਨ ਉਗਾ ਕੇ ਤੇ ਉਹਨੂੰ ਸੰਭਾਲ ਕੇ ਇਹ ਪੱਧਤੀ ਜਿਹੜੀ ਹੈਗੀ ਵੱਧਦੀ ਗਈ ਹੈ। ਨੈਚੁਰਲ ਰਿਸੋਰਸਸ ਜਿਹੜੇ ਹੈਗੇ ਆ ਉਹ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਮਿਲਣ ਕਰਕੇ ਹੀ ਉਹ ਕਿਸਾਨੀ ਦਾ ਅਤੇ ਸੱਭਿਅਤਾ ਦਾ ਵਾਸ ਹੋਇਆ, ਵਿਕਾਸ ਹੋਇਆ। ਉਸ ਕਾਰਨ ਆਪਾਂ ਇਸ ਗੱਲ ਨੂੰ ਸਮਝਦੇ ਹਾਂ ਕਿ ਪੰਜਾਬ ਸਭ ਤੋਂ ਜਰਖੇਜ਼ ਜਗ੍ਹਾ ਵਾ। ਪੰਜਾਬ ਦਾ ਪਾਣੀ, ਪੰਜਾਬ ਦੀ ਜਰਖੇਜ਼ ਭੂਮੀ, ਉਹ ਸਾਰਾ ਕੁਝ ਜਿਹੜਾ ਹੈਗਾ ਵਾ ਉਹ ਕੁਦਰਤੀ ਜਿਹੜੇ ਹੈਗੇ ਰਿਸੋਰਸਸ ਆ ਉਹ ਪ੍ਰਾਈਵੇਟ ਕੰਪਨੀਆਂ ਦੀ ਅੱਖ 'ਤੇ ਹੈਗੀ ਆ, ਪਰ ਸਰਕਾਰਾਂ ਦੀ ਉਹਨਾਂ ਦੇ ਨਾਲ ਮਿਲੀ ਭੁਗਤ ਕਰਕੇ ਉਹ ਸਾਰਾ ਕੁਝ ਉਹਨਾਂ ਨੂੰ ਦੇਣਾ ਚਾਹੁੰਦੇ ਆ। ਜੇ ਕਿਸਾਨ ਨੂੰ ਆਪਣੀ ਜ਼ਮੀਨ ਤੋਂ ਨਿਖੇੜ ਦਿੱਤਾ ਜਾਵੇ, ਉਹਦੀ ਜੜ੍ਹ ਪੁੱਟ ਦਿੱਤੀ ਜਾਵੇਗੀ ਪੰਜਾਬੀਆਂ ਦੀ ਜਾਂ ਕਿਸਾਨਾਂ ਦੀ, ਤਾਂ ਉਹ ਉੱਜੜ ਜਾਵੇਗਾ। ਆਪਣੀ ਜੜ੍ਹ ਤੋਂ ਉਖੜਿਆ ਪੌਦਾ ਅਤੇ ਉਖੜੀ ਸੱਭਿਅਤਾ ਜਿਹੜੀ ਹੈਗੀ ਆ ਉਹ ਬਹੁਤਾ ਚਿਰ ਜਿਹੜੀ ਹੈਗੀ ਆ ਉਹ ਹਰੀ ਨਹੀਂ ਰਹਿੰਦੀ, ਉਹਨੂੰ ਬਹੁਤ ਔਖੇ ਤਰ੍ਹਾਂ ਬਾਅਦ 'ਚ ਸਰਵਾਈਵ ਕਰਨਾ ਪੈਂਦਾ ਵਾ। ਮੇਰੇ ਖਿਆਲ ਦੇ ਨਾਲ ਤਾਂ ਇਹ ਜਿਹੜੀ ਹੈਗੀ ਪਾਣੀ ਦੀ ਲੁੱਟ ਖਸੁੱਟ ਅਤੇ ਕੁਦਰਤੀ ਸਾਧਨਾਂ ਦੀ ਲੁੱਟ ਖਸੁੱਟ ਜਿਹੜੀ ਹੈਗੀ ਬੰਦ ਹੋਣੀ ਚਾਹੀਦੀ ਹੈ, ਔਰ ਸਾਨੂੰ ਪੰਜਾਬੀਆਂ ਨੂੰ ਤਗੜੇ ਹੋ ਕੇ ਇਹਦੀ ਰੋਕ ਲਾਉਣੀ ਚਾਹੀਦੀ ਆ। ਪੰਜਾਬ ਦਾ ਪਾਣੀ ਅਤੇ ਜ਼ਮੀਨੀ ਪਾਣੀ ਜਿਹੜਾ ਹੈਗਾ ਵਾ ਉਹ ਵੀ ਜਿਹੜਾ ਹੈਗਾ ਬਹੁਤ ਤਰੀਕੇ ਦੇ ਨਾਲ ਰੋਕਣਾ ਚਾਹੀਦਾ ਵਾ। ਕਾਰਪੋਰੇਟ ਘਰਾਣਿਆਂ ਨੇ ਨਹਿਰਾਂ ਦੇ ਪਾਣੀ ਦੇ ਉੱਤੇ ਵੀ ਅੱਖ ਰੱਖੀ ਆ। ਸਾਨੂੰ ਪੰਜਾਬੀਆਂ ਨੂੰ ਲੋੜ ਆ ਕਿ ਪੰਜਾਬ ਦਾ ਪਾਣੀ, ਜ਼ਮੀਨ ਦਾ ਪਾਣੀ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਕੱਢਣ ਨਾਲੋਂ ਆਪਣੇ ਪੁਰਾਣੇ ਸੂਏ ਅਤੇ ਖਾਲ, ਉਹਨਾਂ ਨੂੰ ਖਾਲ ਕੇ ਅਤੇ ਸਹਿਮਤੀ ਦੇ ਨਾਲ ਫਿਰ ਬਹਾਲ ਕੀਤਾ ਜਾਵੇ ਕਿ ਹਰੇਕ ਏਕੜ ਨੂੰ ਪਾਣੀ ਜਿਹੜਾ ਹੈਗਾ ਉਹ ਮੁਹੱਈਆ ਹੋਵੇ, ਅਤੇ ਤਾਂ ਸਾਡਾ ਪਾਣੀ ਵੀ ਬਚ ਜਾਊਗਾ। ਜੀ ਬਿਲਕੁਲ, ਮੈਂ ਦੇਖਦਾ ਕਿ ਜਿੰਨੀਆਂ ਵੀ ਟੇਲਾਂ ਨੇ ਸਾਡੀਆਂ ਉਹਨਾਂ 'ਤੇ ਕਦੇ ਵੀ ਪਾਣੀ ਨਹੀਂ ਪਹੁੰਚਦਾ। ਜਿਹੜੀ ਸਾਡੇ ਕੋਲ ਪਾਣੀ ਦੀ ਜਿੰਨੀ ਮਾਤਰਾ ਦੀ ਵਰਤੋਂ ਸਾਨੂੰ ਚਾਹੀਦੀ ਆ, ਉਹਨਾਂ ਪਾਣੀ ਸਾਨੂੰ ਨਹਿਰ ਵਿਭਾਗ ਵੱਲੋਂ ਕਿ ਬਹੁਤੀ ਵਾਰੀ ਨਹੀਂ ਮੁਹੱਈਆ ਕਰਵਾਇਆ ਜਾਂਦਾ। ਅਤੇ ਇਸ ਕਰਕੇ ਸਾਡੇ ਜਿਹੜੇ ਜ਼ਮੀਨ ਦੇ ਵਿੱਚੋਂ ਪਾਣੀ ਕੱਢਣ ਦੀ ਜਿਹੜੀ ਜ਼ਿਆਦਾ ਵਾਰ ਲੋੜ ਪੈਂਦੀ ਹੈ, ਅਤੇ ਉਹਦੇ ਨਾਲ ਅਸੀਂ ਵੀ ਆਪਣੇ ਨੈਚੁਰਲ ਰਿਸੋਰਸ ਨੂੰ ਬਰਬਾਦ ਕਰ ਰਹੇ ਹਾਂ। ਪਰ ਜੇ ਇੱਥੇ ਕਾਰਪੋਰੇਟ ਘਰਾਣਾ ਆ ਜਾਂਦਾ ਤਾਂ ਉਹ ਵੀ ਇਹਨੂੰ ਪੂਰੀ ਤਰ੍ਹਾਂ ਬਰਬਾਦ ਕਰੇਗਾ। ਅਗਲਾ ਸਵਾਲ ਜਲੰਧਰ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਿਹੜੀ ਇਹ ਗ੍ਰੀਨ ਰੈਵੋਲੂਸ਼ਨ ਆਈ ਆ, ਇਹਦੇ ਵਿੱਚ ਜਿਹੜੀ ਬੀਜਾਂ ਦੇ ਵਿੱਚ ਸੋਧ ਕੀਤੀ ਗਈ ਹੈ, ਜਿਹੜੀ ਹਾਈਬ੍ਰਿਡਿਟੀ ਆ, ਬੀਜਾਂ ਨੂੰ ਹਾਈਬ੍ਰਿਡ ਕਰਕੇ ਉਹਨਾਂ ਦਾ ਝਾੜ ਵਧਾਇਆ ਗਿਆ ਆ, ਅਤੇ ਉਹਦੇ ਨਾਲ ਜਿਹੜੀਆਂ ਪੰਜਾਬ ਦੀਆਂ ਕੁਦਰਤੀ ਜਿਹੜੀਆਂ ਵੰਨਗੀਆਂ ਸੀਗੀਆਂ ਬੀਜਾਂ ਦੀਆਂ ਉਹ ਅਲੋਪ ਵੀ ਹੋਈਆਂ ਹੈ। ਅਤੇ ਜਿਹੜਾ ਤੁਸੀਂ ਤਰੀਕਾ ਦੱਸ ਰਹੇ ਹੋ ਉਹਦੇ ਵਿੱਚ ਇਹ ਬੀਜ ਹਾਈਬ੍ਰਿਡਿਟੀ ਦੇ ਨਾਲ ਲਏ ਜਾ ਰਹੇ ਵੱਧ ਝਾੜ ਦੇ ਮੁਨਾਫੇ ਨੂੰ ਅਸੀਂ ਕਿਵੇਂ ਬੈਲੈਂਸ ਕਰਾਂਗੇ, ਅਤੇ ਦੂਸਰਾ ਇਹ ਵੀ ਉਹਦੇ ਵਿੱਚ ਕੀ ਸੰਭਾਵਨਾਵਾਂ ਕਿ ਸਾਡੀਆਂ ਜਿਹੜੀਆਂ ਪੁਰਾਣੀਆਂ ਕੁਦਰਤੀ ਇੱਥੋਂ ਦੀਆਂ ਜਿਨਸਾਂ ਸੀਗੀਆਂ ਉਹ ਦੁਬਾਰਾ ਰਿਵਾਈਵ ਹੋ ਸਕਣਗੀਆਂ। ਬਿਲਕੁਲ ਜੀ, ਇਹ ਇੱਕ ਬਹੁਤ ਗੰਭੀਰ ਵਿਸ਼ਾ ਹੈ ਕਿ ਸਾਡੇ ਮੂਲ ਬੀਜਾਂ ਨੂੰ, ਮੂਲ ਅਨਾਜਾਂ ਨੂੰ ਇਹਨਾਂ ਕਾਰਪੋਰੇਟ ਘਰਾਣਿਆਂ ਨੇ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਅਤੇ ਉਹਨੂੰ ਖ਼ਤਮ ਕਰਕੇ ਆਪਣੇ ਹੀ ਬੀਜ, ਹਾਈਬ੍ਰਿਡ ਬੀਜ ਜਿਹੜੇ ਹੈਗੇ ਆ ਉਹ ਦੇ ਕੇ ਅਤੇ ਖੇਤੀ ਕਰਵਾ ਰਹੇ ਨੇ, ਜਿਨ੍ਹਾਂ ਦੇ ਉਤਪਾਦਨ ਤਾਂ ਬਹੁਤ ਜ਼ਿਆਦਾ ਵੱਧ ਜਾਂਦਾ ਵਾ, ਪਰ ਉਹਨਾਂ ਦੀ ਕੁਆਲਿਟੀ, ਉਹਨਾਂ ਦੇ ਵਿੱਚ ਖੁਰਾਕੀ ਤੱਤ ਔਰ ਉਹਦੀ ਖਾਸੀਅਤ ਉਹ ਖਤਮ ਹੋ ਜਾਂਦੀ ਆ। ਇਸ ਕਰਕੇ ਕਈ, ਜਿੱਦਾਂ ਹੁਣ ਆਪਾਂ ਕਣਕ ਦੀ ਗੱਲ ਕਰਦੇ ਹਾਂ, ਅਤੇ ਕਈਆਂ ਨੂੰ ਕਣਕ ਤੋਂ ਐਲਰਜੀ ਵੀ ਹੋਣ ਲੱਗ ਪਈ ਆ, ਉਹ ਉਹਨਾਂ ਹੀ ਜੈਨੇਟਿਕਲ ਚੇਂਜਸ ਕਰਕੇ ਇਹ ਵਾਪਰਿਆ। ਇਸ ਚੀਜ਼ ਨੂੰ ਸਾਨੂੰ ਬਹੁਤ ਉਹੀ ਹੈ ਕਿ ਤਗੜੇ ਹੋ ਕੇ ਕਰਨਾ ਪੈਣਾ ਵਾ। ਇਹ ਵਪਾਰ ਬੀਜਾਂ ਦਾ ਬਹੁਤ ਵੱਡਾ ਵਪਾਰ ਆ, ਖਾਦਾਂ ਦਾ ਬਹੁਤ ਵੱਡਾ ਵਪਾਰ ਆ, ਪੈਸਟੀਸਾਈਡਸ ਦਾ ਬਹੁਤ ਵੱਡਾ ਵਪਾਰ ਆ। ਬਾਇਰ ਕੰਪਨੀ ਆ ਜਾਂ ਹੋਰ ਜਿਹੜੀਆਂ ਕੰਪਨੀਆਂ ਹੈਗੀਆਂ ਨੇ, ਇਹ ਉਸ ਚੀਜ਼ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਕੇ ਅਤੇ ਉਸ ਕੈਪਚਰ ਕਰ ਲਿਆ ਕਿ ਹਾਂਜੀ, ਕਿਸਾਨ ਨੂੰ ਪਹਿਲਾਂ ਇਹ ਯਕੀਨ ਦਿਵਾ ਦਿਓ ਕਿ ਅਸੀਂ ਵੱਧ ਝਾੜ ਵਾਲਾ ਬੀਜ ਤੁਹਾਨੂੰ ਦੇ ਰਹੇ ਹਾਂ, ਔਰ ਉਹਦਾ ਮੁੱਲ ਜਿਹੜਾ ਹੈਗਾ ਵਾ ਬਹੁਤ ਵੱਧ ਰੱਖਿਆ ਵਾ, ਔਰ ਉਹਦੇ ਉੱਤੇ ਏਕਾਧਿਕਾਰ ਉਹਨਾਂ ਦਾ ਹੋ ਗਿਆ। ਹੁਣ ਉਹਨਾਂ ਦਾ ਏਕਾਧਿਕਾਰ ਹੋਣ ਦਾ ਮਤਲਬ ਕਿ ਤੁਸੀਂ ਇੱਕ ਵਾਰ ਹਾਈਬ੍ਰਿਡ ਬੀਜ ਲੈ ਕੇ ਬੀਜ ਲਿਆ ਅਤੇ ਤੁਹਾਨੂੰ ਯਕੀਨ ਦਿਵਾ ਦਿੱਤਾ ਕਿ ਇਹ ਦੂਜੀ ਵਾਰ ਨਹੀਂ ਇਹਨੇ ਫਲ ਦੇਣਾ। ਦੂਜੀ ਵਾਰ ਜੇ ਸਾਡੇ ਕੋਲੋਂ ਨਵਾਂ ਬੀਜ ਲੈ ਕੇ ਬੀਜੋਗੇ ਅਤੇ ਤਾਂ ਹੀ ਉਹਦਾ ਝਾੜ ਵੱਧ ਹੋਊਗਾ। ਜੇ ਤੁਸੀਂ ਆਪਣਾ ਬੀਜ ਬੀਜਿਆ ਤਾਂ ਉਹਦਾ ਝਾੜ ਘੱਟ ਹੋਊਗਾ। ਇਹ ਉਹਨਾਂ ਦੀਆਂ ਨੀਤੀਆਂ ਨੇ ਸਾਨੂੰ ਪਚਲਾਉਣ ਦੀਆਂ, ਸਾਨੂੰ ਸਾਡੇ ਆਪਣੇ ਬੀਜਾਂ ਦੇ ਉੱਤੇ ਯਕੀਨ ਨਾ ਰਖਾਉਣ ਦੀਆਂ, ਸਾਡਾ ਯਕੀਨ ਤੁੜਵਾ ਦਿੱਤਾ। ਬਿਲਕੁਲ, ਇਹ ਮਤਲਬ ਇੱਕ ਤਾਂ ਉਹਨਾਂ ਦੇ ਉੱਤੇ ਸਾਡੀ ਨਿਰਭਰਤਾ ਵੱਧ ਗਈ,
ਅਸੀਂ ਇੱਕ ਕਿਸਮ ਨਾਲ ਜਿਹੜੇ ਸੀਡ ਜਾਇੰਟਸ ਨੇ ਵੱਡੇ, ਜਿੱਦਾਂ ਮਨਸੈਂਟੋ ਆ, ਇਹ ਬਹੁਤ ਸਾਰੀਆਂ ਕੰਪਨੀਆਂ ਮਨਸੈਂਟੋ ਨੇ ਖਰੀਦ ਹੀ ਲਈਆਂ ਨੇ। ਤੋ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਇੱਕ ਕਿਸਮ ਦੇ ਗੁਲਾਮ ਬਣ ਗਏ ਹਾਂ। ਅਤੇ ਇਹਦੇ ਨਾਲ ਜਿਹੜਾ ਖੇਤੀ ਹੈ ਉਹ ਇੱਕ ਕਾਰਪੋਰੇਟ ਜਗਤ ਦੀ ਇੱਕ ਕਹਿ ਲਓ ਕਿ ਮੋਨੋਪਲੀ ਵਾਲਾ ਫੀਲਡ ਬਣਦਾ ਜਾ ਰਿਹਾ। ਤੋ ਮੈਂ ਦੂਜਾ ਸਵਾਲ ਜਿਹੜਾ ਤੁਹਾਨੂੰ ਪੁੱਛਿਆ ਸੀਗਾ, ਮੈਂ ਦੁਬਾਰਾ ਪੁੱਛਣਾ ਚਾਹੁੰਦਾ ਕਿ ਜਿਹੜੇ ਸਾਡੇ ਪੁਰਾਣੇ ਰਵਾਇਤੀ ਜਿਨਸਾਂ ਹੈਗੀਆਂ, ਉਹ ਝਾੜ ਦੇ ਮੁਕਾਬਲੇ ਦੇ ਵਿੱਚ ਇੰਨੇ ਜਿਹੜੇ ਹਾਈਬ੍ਰਿਡ ਬੀਜ ਆ ਇਹਨਾਂ ਦਾ ਮੁਕਾਬਲਾ ਨਹੀਂ ਕਰਦੀਆਂ। ਤੋ ਕਿਸਾਨ ਨੂੰ ਜਿਹੜਾ ਉਹਦੇ ਘੱਟ ਝਾੜ ਦੇ ਹੋਰ ਕੀ ਲਾਭ ਨੇ, ਉਹਨਾਂ ਦੇ ਉੱਤੇ ਧਿਆਨ ਕੇਂਦਰਿਤ ਕਰਦਿਆਂ ਹੋਇਆਂ ਤੁਸੀਂ ਕੀ ਕਹਿਣਾ ਚਾਹੋਗੇ ਵੀ ਜਿਹੜੇ ਪੁਰਾਣੇ ਸਾਡੇ ਰਵਾਇਤੀ ਬੀਜ ਹੈਗੇ ਆ, ਉਹਨਾਂ ਦੇ ਵਿੱਚ ਉਹਨੂੰ ਬੀਜਣ ਦਾ ਕਿਸਾਨ ਨੂੰ ਲਾਭ ਕੀ ਹੈ? ਬਿਲਕੁਲ ਜੀ, ਰਵਾਇਤੀ ਬੀਜ ਜਿਹੜੇ ਹੈਗੇ ਨੇ ਉਹਨਾਂ ਦਾ ਝਾੜ ਜਿਹੜਾ ਹੈਗਾ ਵਾ ਹਾਈਬ੍ਰਿਡ ਬੀਜਾਂ ਨਾਲੋਂ ਘੱਟ ਆਉਂਦਾ ਵਾ, ਪਰ ਉਹਨਾਂ ਦਾ ਗੁਣ ਬਹੁਤ ਵਧੀਆ ਨੇ। ਉਹ ਸਾਡੇ ਖਾਣ ਦੇ ਲਈ, ਸਾਡੇ ਹਾਜ਼ਮੇ ਦੇ ਲਈ, ਸਾਡੇ ਖੁਰਾਕੀ ਤੱਤਾਂ ਨੂੰ ਪੂਰੀਆਂ ਕਰਨ ਦੇ ਲਈ ਬਹੁਤ ਜ਼ਿਆਦਾ ਲਾਹੇਵੰਦ ਨੇ। ਇੱਕ ਉਹਦਾ ਫਾਇਦਾ ਤਾਂ ਇਹੀ ਹੈ ਕਿ ਉਹ ਮੂਲ ਅਨਾਜ ਜਾਂ ਰਵਾਇਤੀ ਬੀਜ ਜਿਹੜੇ ਹੈਗੇ ਨੇ ਉਹ ਸਾਨੂੰ ਹਾਨੀ ਪਹੁੰਚਾਉਣ ਦੇ ਨਾਲੋਂ ਲਾਭ ਪਹੁੰਚਾਉਂਦੇ ਨੇ। ਉਹਦਾ ਇੱਕ ਫਾਇਦਾ। ਦੂਸਰਾ ਫਾਇਦਾ ਇਹ ਹੈ ਕਿ ਉਹ ਦੁਬਾਰਾ ਬੀਜੇ ਜਾ ਸਕਦੇ ਨੇ, ਸਟੋਰ ਕੀਤੇ ਸੰਭਾਲੇ ਜਾ ਸਕਦੇ ਨੇ, ਸੰਭਾਲ ਕੇ ਉਹਨੂੰ ਆਪਣਾ ਬੀਜ ਬਣਾ ਕੇ ਅਤੇ ਅਗਲੀ ਵਾਰ ਫਸਲ ਦੇ ਵਿੱਚੋਂ ਚੰਗੇ ਨਰੋਏ ਦਾਣੇ ਰੱਖ ਕੇ ਬੀਜੇ ਜਾ ਸਕਦੇ ਨੇ। ਇਹਦੇ ਨਾਲ ਸਾਡਾ ਜਿਹੜਾ ਹੈਗਾ ਬਾਜ਼ਾਰ ਦੇ ਉੱਤੇ ਨਿਰਭਰਤਾ ਘਟੀ। ਦੂਸਰਾ ਇਹਦਾ ਲਾਭ ਇਹ ਹੈਗਾ ਕਿ ਤੁਸੀਂ ਜਿਹੜਾ ਹੈਗਾ ਦੂਜੇ ਨੂੰ ਵੀ ਬੀਜ ਦੇ ਸਕਦੇ ਜੇ, ਕਿਸੇ ਦੂਜੇ ਕੋਲੋਂ ਵੀ ਬੀਜ ਚੰਗਾ ਲੈ ਸਕਦੇ ਜੇ। ਆਪਸ ਦੇ ਵਿੱਚ ਵੰਡ ਜਿਹੜੀ ਹੈਗੀ ਆ, ਵੰਡ ਕੇ ਅਤੇ ਆਪਾਂ ਬੀਜ ਸਕਦੇ ਹਾਂ। ਦੂਸਰਾ ਇਹ ਕਿ ਜਦੋਂ ਝਾੜ ਵੱਧ ਹੁੰਦਾ ਵਾ ਉਦੋਂ ਅਸੀਂ ਮੰਡੀ ਦੇ ਉੱਤੇ ਨਿਰਭਰ ਹੁੰਦੇ ਹਾਂ। ਸਾਡੀ ਫਸਲ ਕਿਸੇ ਵੀ ਮੁੱਲ ਦੇ ਉੱਤੇ ਵਿਕ ਜਾਵੇ, ਸਾਨੂੰ ਇਹ ਚਿੰਤਾ ਹੁੰਦੀ ਹੈ ਕਿ ਵਿਕ ਜ਼ਰੂਰ ਜਾਵੇ, ਰੁਲ ਨਾ ਜਾਵੇ। ਉਹ ਰੁਲਣ ਦਾ ਕਾਰਨ ਇਹ ਹੈ ਕਿ ਅਸੀਂ ਲੋੜ ਤੋਂ ਵੱਧ ਉਤਪਾਦਨ ਕਰ ਦਿੱਤਾ। ਜਦੋਂ ਅਸੀਂ ਉਹਦੇ ਕੰਟਰੋਲ ਦੇ ਵਿੱਚ ਉਤਪਾਦਨ ਕਰਾਂਗੇ ਤਾਂ ਉਹ ਰੁਲੂਗੀ ਨਹੀਂ। ਠੀਕ ਹੈ ਜੀ। ਉਹਦਾ ਮੰਡੀ ਦੇ ਵਿੱਚ ਜੇ ਚੰਗੀ ਚੀਜ਼ ਆ, ਅੱਜ ਵੀ ਜਿਹੜੀ ਹੈਗੀ ਆ ਪੁਰਾਣੀਆਂ ਦੇਸੀ ਕਣਕਾਂ ਜੇ ਕੋਈ ਬੀਜਦਾ ਵਾ ਤਾਂ ਉਹਦੀ ਅਗਾਊਂ ਬੁਕਿੰਗ ਹੋ ਜਾਂਦੀ ਆ। ਦੇਸੀ ਪਾਕਿਸਤਾਨੀ ਬਾਸਮਤੀ ਦੀ ਬੁਕਿੰਗ ਪਹਿਲਾਂ ਹੋ ਜਾਂਦੀ ਹੈ ਕਿ ਸਾਨੂੰ ਆਹ ਚੀਜ਼ ਜਿਹੜੀ ਹੈਗੀ ਆ ਇੰਨੇ ਕੁਇੰਟਲ ਸਾਨੂੰ ਪਹਿਲਾਂ ਦੇ ਦਿਓ। ਪੁਰਾਣਾ ਜਿਹੜਾ ਹੈਗਾ ਵਾ ਸਰੋਂ ਹੋ ਗਈ ਜਾਂ ਅਲਸੀ ਹੋ ਗਈ, ਦੇਸੀ ਛੋਲੇ ਹੋ ਗਏ, ਇਹ ਸਾਰਿਆਂ ਦੀ ਮੰਗ ਜਿਹੜੀ ਹੈਗੀ ਆ ਦੁਬਾਰਾ ਜਾਗਰੂਕ ਗਾਹਕਾਂ ਤੱਕ ਪਹੁੰਚੀ ਆ। ਹੁਣ ਇਸ ਵੇਲੇ ਗਾਹਕ ਜਿਹੜੇ ਹੈਗੇ ਆ ਉਹ ਪੱਥਰ ਚੱਟ ਕੇ ਵਾਪਸ ਆ ਗਏ ਆ ਕਿ ਫੋਕ ਖਾਣ ਨਾਲੋਂ ਚੰਗਾ ਕਿ ਚੰਗੀ ਚੀਜ਼ ਹੀ ਖਾਓ। ਉਸ ਚੰਗੀ ਚੀਜ਼ ਨੂੰ ਜਦੋਂ ਆਪਾਂ ਦੇਸੀ ਪੁਰਾਣੀਆਂ ਰਵਾਇਤੀ ਆਪਣੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਪੈਦਾ ਕਰਦੇ ਹਾਂ ਅਤੇ ਉਹ ਚੀਜ਼ਾਂ ਸਾਡੇ ਕੋਲ ਮੌਜੂਦ ਹੁੰਦੀਆਂ ਅਤੇ ਉਹਦੀ ਮੰਡੀਕਰਨ ਨਹੀਂ ਪ੍ਰੋਬਲਮ ਨਹੀਂ ਕੋਈ, ਪਰ ਉਸ ਦੀ ਜਿਹੜੀ ਹੈਗੀ ਆ ਸੰਭਾਲ ਦੀ ਵੀ ਸਮੱਸਿਆ ਕੋਈ ਨਹੀਂ ਹੁੰਦੀ, ਕਿਉਂਕਿ ਉਹ ਆਟੋਮੈਟਿਕਲੀ ਸਾਡੇ ਕੋਲ ਅਗਾਊਂ ਹੀ ਕਿਸਾਨਾਂ ਤੋਂ ਖਰੀਦਦਾਰ ਤੱਕ ਪਹੁੰਚ ਗਈ। ਹਾਂਜੀ ਯਾਦਵਿੰਦਰ ਜੀ, ਮੈਂ ਤੁਹਾਨੂੰ ਇਸੇ ਨੁਕਤੇ ਤੋਂ ਅਗਲਾ ਸਵਾਲ ਪੁੱਛਣਾ ਚਾਹੁੰਦਾ ਕਿ ਜਿਹੜੀ ਹੁਣ ਇਹ ਰਸਾਇਣਿਕ ਖੇਤੀ ਹੋ ਰਹੀ ਆ ਜਾਂ ਜਿਹੜੀ ਕੈਸ਼ ਕਰੋਪ ਆ, ਇਹਦੇ ਮੁਕਾਬਲੇ 'ਤੇ ਜਿਹੜੀਆਂ ਸਾਡੀਆਂ ਗੁਣਵੱਤਾ ਭਰਪੂਰ ਫਸਲਾਂ ਨੇ, ਤੁਸੀਂ ਉਹਦੀ ਗੱਲ ਕਰ ਰਹੇ ਹੋ ਕਿ ਸਾਨੂੰ ਆਪਣੇ ਰਵਾਇਤੀ ਬੀਜਾਂ ਨੂੰ ਹੀ ਦੁਬਾਰਾ ਜਿਉਂਦੇ ਕਰਨਾ ਚਾਹੀਦਾ ਅਤੇ ਉਹਨਾਂ ਨੂੰ ਹੀ ਬੀਜਣਾ ਚਾਹੀਦਾ। ਅਤੇ ਉਹਦੇ ਲਈ ਮੈਂ ਪੁੱਛਣਾ ਚਾਹੁੰਦਾ ਕਿ ਜਿਹੜੇ ਲੋਕ, ਜਿਹੜਾ ਕਸਟਮਰ ਆ, ਗ੍ਰਾਹਕ ਆ, ਉਹਦੇ ਤੱਕ ਇਹ ਗੱਲ ਪਹੁੰਚਾਉਣ ਦੇ ਲਈ ਕਿਸ ਤਰ੍ਹਾਂ ਦੀਆਂ ਵਿਧੀਆਂ ਵਰਤੀਆਂ ਜਾਣ ਜਾਂ ਉਹਨੂੰ ਕਿਸ ਤਰ੍ਹਾਂ ਜਾਗਰੂਕ ਕੀਤਾ ਜਾਵੇ? ਕਿਉਂਕਿ ਜਿਹੜੀ ਤੁਹਾਡੀ ਗੱਲ ਆ ਉਹ ਕੇਵਲ ਕਿਸਾਨ ਦੇ ਲਈ ਨਹੀਂ ਆ, ਇਹ ਥੋੜ੍ਹੀ ਜਿਹੀ ਗ੍ਰਾਹਕ ਪੱਖੀ ਵੀ ਆ ਕਿ ਗਾਹਕਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ। ਅਤੇ ਉਸ ਨੁਕਤੇ ਤੋਂ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿਸਾਨਾਂ ਨੂੰ? ਅਤੇ ਬਿਲਕੁਲ, ਇਹ ਜੇ ਕਿਸਾਨ ਉਤਪਾਦਨ ਕਰਦਾ ਰਿਹਾ, ਗਾਹਕ ਤੱਕ ਉਹ ਚੀਜ਼ ਨਾ ਪਹੁੰਚੀ, ਉਹ ਗੱਲ ਨਾ ਪਹੁੰਚੀ, ਤਾਂ ਫਿਰ ਉਹਦਾ ਫਿਰ ਵਿਸ਼ਵਾਸ ਜਿਹੜਾ ਹੈਗਾ ਵਾ ਉਹ ਟੁੱਟ ਜੂਗਾ, ਉਖੜ ਜੂਗਾ। ਇਸ ਦੇ ਲਈ ਕਿਸਾਨ ਦੀ ਗਾਹਕ ਨਾਲ ਤਾਲਮੇਲ ਜਿਹੜਾ ਹੈਗਾ ਹੋਣਾ ਬਹੁਤ ਜ਼ਰੂਰੀ ਆ। ਇੱਕ ਸੋਸ਼ਲ ਮੀਡੀਆ ਬਹੁਤ ਵੱਡਾ ਪਲੇਟਫਾਰਮ ਆ ਜਿਹਦੇ ਉੱਤੇ ਗੱਲ ਜਿਹੜੀ ਹੈਗੀ ਬਹੁਤ ਸੌਖਿਆਂ ਹੀ ਗਾਹਕਾਂ ਤੱਕ ਪਹੁੰਚ ਜਾਂਦੀ ਆ। ਬਾਕੀ ਇਹ ਕਿਸਾਨਾਂ ਦੀਆਂ ਜਿਹੜੀਆਂ ਮੰਡੀਆਂ ਵਾ, ਮਾਫ਼ ਕਰਨਾ, ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਅਕੈਡਮੀਸ਼ੀਅਨਸ ਨੂੰ ਜਾਂ ਜਿਹੜੇ ਬੰਦੇ ਕੁਛ ਲਿਖ ਸਕਦੇ ਆ, ਵਿਦਵਾਨ ਤਬਕਾ ਜਿਹੜਾ, ਉਹਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਜਿਹੜਾ ਇਹ ਗੱਲ ਆ ਇਹ ਉਨੀ ਕਿਸਾਨ ਪੱਖੀ ਵੀ ਆ ਅਤੇ ਉਨੀ ਹੀ ਇਹ ਗਾਹਕ ਪੱਖੀ ਵੀ ਆ ਕਿ ਚੰਗਾ ਖਾਣਾ ਖਾਓ,
ਜਿਹੜਾ ਇਹ ਕੈਸ਼ ਕ੍ਰੌਪ ਵਾਲਾ ਚੱਕਰ ਹੈ, ਇਹ 'ਚੋਂ ਕਿਸਾਨ ਨੂੰ ਕੱਢਣ ਦੇ ਲਈ ਕਿਸਾਨ ਦਾ ਉਨਾ ਵੱਡਾ ਰੋਲ ਨਹੀਂ ਜਿੰਨਾ ਵੱਡਾ ਇਹ 'ਚ ਗਾਹਕ ਦਾ ਰੋਲ ਹੈ, ਮਾਰਕੀਟ ਦਾ ਜਿੰਨਾ ਵੱਡਾ ਰੋਲ ਆ। ਇਸ ਨੁਕਤੇ ਤੋਂ ਮੈਂ ਤੁਹਾਨੂੰ ਸਵਾਲ ਪੁੱਛ ਰਿਹਾ। ਹਾਂਜੀ, ਇਸ ਦੇ ਲਈ ਤਾਂ ਸਾਡੇ ਜਿਹੜੇ ਹੈਗੇ ਆ ਨੀਤੀ ਘਾੜੇ ਤੇ ਸਾਡੇ ਸਿਲੇਬਸ ਤਿਆਰ ਕਰਨ ਵਾਲੇ ਯੂਨੀਵਰਸਿਟੀ, ਸਕੂਲ, ਕਾਲਜਸ ਜਿਹੜੇ ਹੈਗੇ ਉਹਨਾਂ ਨੂੰ ਅਗਾਂਹ ਆ ਕੇ ਇੱਕ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਕਿ ਬੱਚਿਆਂ ਨੂੰ ਵੀ ਜਾਗਰੂਕ ਕਰਨ। ਬੱਚਿਆਂ ਦੇ ਰਾਹੀਂ ਉਹ ਬੱਚਿਆਂ ਦੇ ਮਾਪਿਆਂ ਤੱਕ ਗੱਲ ਪਹੁੰਚਦੀ ਹੈ ਕਿ ਹਾਂਜੀ ਕਿਸਾਨਾਂ ਤੱਕ ਸਿੱਧੀ ਪਹੁੰਚੋ, ਔਰ ਉਹਦੇ ਲਈ ਸਿਲੇਬਸ ਵੀ ਤਬਦੀਲ ਕਰਨ ਦੀ ਲੋੜ ਆ ਕਿ ਸਾਡੇ ਜਿਹੜੇ ਹੈਗੇ ਆ ਸਿਲੇਬਸ ਆ ਉਹ ਕਿਸਾਨ ਪੱਖੀ ਸਿਲੇਬਸ ਪੈਦਾ ਕੀਤੇ ਜਾਣ, ਜਿਹਦੇ ਨਾਲ ਸਾਡੇ ਨੌਜਵਾਨ ਆ ਉਹ ਕਿਸਾਨੀ ਦੇ ਨਾਲ ਜੁੜੇ ਰਹਿਣ ਔਰ ਆਤਮ ਨਿਰਭਰ ਔਰ ਆਜ਼ਾਦੀ ਔਰ ਇੱਕ ਅਪਣੱਤ ਦੇ ਨਾਲ ਉਹ ਕਿਸਾਨ ਹੋਣ ਦਾ ਮਾਣ ਕਰਨ। ਮੈਨੂੰ ਮਾਣ ਪੰਜਾਬੀ ਹੋਣ 'ਤੇ, ਮੈਨੂੰ ਮਾਣ ਕਿਸਾਨ ਹੋਣ ਦੇ ਉੱਤੇ। ਇਹ ਸੋਚ ਜਿਹੜੀ ਹੈਗੀ ਆ ਇਹ ਸਾਨੂੰ ਡਿਵੈਲਪ ਕਰਨ ਦੇ ਲਈ ਸਾਡੇ ਸਕੂਲ, ਕਾਲਜ ਅਤੇ ਸਾਡੇ ਜਿਹੜੇ ਹੈਗੇ ਆ ਪ੍ਰੋਫੈਸਰ ਸਾਹਿਬਾਨ ਉਹਨਾਂ ਤੋਂ ਸ਼ੁਰੂਆਤ ਕਰਨੀ ਚਾਹੀਦੀ ਆ ਕਿ ਹਾਂ ਵੀ ਕਿਸਾਨੀ ਸਮਾਜ ਦਾ ਇੱਕ ਬਹੁਤ ਜ਼ਰੂਰੀ ਅੰਗ ਆ। ਇਹ ਬਹੁਤ ਜਿਹੜਾ ਹੈਗਾ ਜ਼ਰੂਰੀ ਸੁਨੇਹਾ ਵਾ, ਇਹ ਸਾਰੇ ਸੰਸਾਰ ਦੇ ਵਿੱਚ ਹੀ ਫੈਲਾਉਣਾ ਚਾਹੀਦਾ ਕਿ ਜੇ ਕਿਸਾਨ ਨਹੀਂ ਤਾਂ ਫਿਰ ਕੁਛ ਵੀ ਨਹੀਂ। ਕਿਉਂਕਿ ਕਰੋਨਾ ਦੇ ਕਾਲ ਦੇ ਵਿੱਚ ਜਿਸ ਤਰ੍ਹਾਂ ਤੁਹਾਡਾ ਪਹਿਲਾਂ ਵੀ ਜ਼ਿਕਰ ਹੋਇਆ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਅਸਫਲ ਹੋ ਗਈਆਂ, ਪਰ ਕਿਸਾਨੀ ਹੀ ਬਚੀ ਰਹੀ, ਕਿਸਾਨੀ ਨੇ ਹੀ ਗਰੋਥ ਕੀਤੀ ਆ। ਔਰ ਕਿਸਾਨੀ ਨਾਲ ਜੁੜੇ ਹੋਏ ਜਾਂ ਅੰਨ ਦੇ ਨਾਲ ਜੁੜੇ ਹੋਏ ਜਿੰਨੇ ਵੀ ਕਾਰੋਬਾਰ ਆ ਉਹਨਾਂ ਨੇ ਸਰਵਾਈਵ ਕੀਤਾ। ਬਾਕੀ ਸਾਰਾ ਕੁਝ ਮੋਬਾਈਲ ਆ ਜਾਂ ਆਪਣਾ ਫੈਕਟਰੀਆਂ ਵਾ ਜਾਂ ਡੀਜ਼ਲ ਆ, ਕਾਰਾਂ ਵਾ, ਸਾਰਾ ਕੁਝ ਜਿਹੜੇ ਹੈਗੇ ਆ ਉਹ ਘਾਟੇ ਦੇ ਵਿੱਚ ਗਏ ਆ। ਪਰ ਕਿਸਾਨ ਹੋਣ ਦੇ ਕਰਕੇ ਬਾਕੀ ਸਾਰਿਆਂ ਦੀ ਜਿਹੜੀ ਹੈਗੀ 3 ਟਾਈਮ ਦੀ ਰੋਟੀ ਦਾ ਜੁਗਾੜ ਜਿਹੜਾ ਹੈਗਾ ਉਹ ਹੁੰਦਾ ਵਾ। ਅਤੇ ਇਹਦੀ ਪ੍ਰਚਾਰ ਜਿਹੜਾ ਹੈਗਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਇਹ ਬਿਲਕੁਲ, ਜਿੱਥੇ ਕਿਸਾਨ ਨੂੰ ਜਿਹੜਾ ਵੱਧ ਪੈਦਾਵਾਰ ਥਾਂ 'ਤੇ ਸ਼ੁੱਧ ਪੈਦਾਵਾਰ ਵਾਲੇ ਪਾਸੇ ਹੋਣਾ ਚਾਹੀਦਾ, ਅਤੇ ਜਿਹੜਾ ਗਾਹਕ ਆ ਉਹਨੂੰ ਵੀ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਚੰਗਾ ਖਰੀਦੇ, ਅਤੇ ਚੰਗਾ ਖਰੀਦਣ ਦੇ ਲਈ ਜੇ ਉਹਨੂੰ ਥੋੜ੍ਹਾ ਵੱਧ ਵੀ ਭਾਅ ਦੇਣਾ ਪਵੇ ਅਤੇ ਉਹ ਉਹਨੂੰ ਦੇਣਾ ਚਾਹੀਦਾ ਆ। ਇਹਦੇ ਵਿੱਚ ਮੈਂ ਇੱਕ ਹੋਰ ਗੱਲ ਜੋੜਨੀ ਚਾਹਾਂਗਾ ਕਿ ਪਹਿਲਾਂ ਬਹੁਤ ਸਮੇਂ ਦੇ ਵਿੱਚ ਆਪਣਾ ਵਕੀਲ ਅਤੇ ਨਿੱਜੀ ਡਾਕਟਰ ਜਿਹੜਾ ਹੈਗਾ ਉਹ ਅਡੋਪਟ ਰੱਖਣ ਦੀ ਜਿਹੜੀ ਹੈਗੀ ਸੀ ਸੋਚ ਸੀ। ਹੁਣ ਆਉਣ ਵਾਲੀ ਜਿਹੜੀ ਹੈਗੀ ਆ ਸਮੇਂ ਦੀ ਲੋੜ ਆ ਕਿ ਅਡੋਪਟ ਆ ਕਿਸਾਨ, ਫਾਰਮਰ। ਇਹ ਮੇਰਾ ਫਾਰਮਰ ਜਿਹੜਾ ਹੈਗਾ ਉਹ ਅਡੋਪਟ ਕਰੋ। ਕਾਫੀ ਜਗ੍ਹਾ ਦੇ ਉੱਤੇ ਕੰਸੈਪਟ ਚੱਲ ਰਿਹਾ ਵਾ। ਸ਼ਹਿਰੀ ਜਿਹੜੇ ਗਾਹਕ ਆ ਉਹਨਾਂ ਨੂੰ ਲੋੜ ਆ ਕਿ ਹਾਂਜੀ ਕਿਸਾਨ ਨਾਲ ਸਿੱਧਾ ਸੰਪਰਕ ਕਰਨ ਕਿ ਮੈਨੂੰ ਮੇਰੀ ਰਸੋਈ ਦੇ ਵਿੱਚ ਇਹ ਸਬਜ਼ੀਆਂ ਦੀ, ਇਹ ਦਾਲਾਂ ਦੀ, ਇਸ ਅਨਾਜ ਦੀ ਲੋੜ ਆ, ਤੁਸੀਂ ਮੇਰੇ ਲਈ ਉਹ ਅਨਾਜ ਪੈਦਾ ਕਰਕੇ ਰੱਖੋ, ਮੈਂ ਤੁਹਾਡੇ ਕੋਲੋਂ ਇਸ ਰੇਟ ਦੇ ਉੱਤੇ ਖਰੀਦ ਸਕਦਾ। ਜੇ ਤੁਹਾਨੂੰ ਉਹ ਰੇਟ ਵਾਰਾ ਖਾਂਦਾ ਠੀਕ ਆ, ਨਹੀਂ ਤਾਂ ਉਹਨਾਂ ਨੂੰ ਦੱਸ ਦਿਓ ਕਿ ਇਹ ਮੇਰਾ ਰੇਟ ਜਿਹੜਾ ਹੈਗਾ ਆ ਹੋਊਗਾ, ਅਸੀਂ ਇਸ ਤਰੀਕੇ ਦੀ ਚੀਜ਼ ਤੁਹਾਨੂੰ ਸ਼ੁੱਧ ਅਤੇ ਉੱਚ ਕੁਆਲਿਟੀ ਦੀ ਦੇਵਾਂਗੇ। ਅਡੋਪਟ ਆ ਫਾਰਮਰ ਵਾਲਾ ਕੰਸੈਪਟ ਜਿਹੜਾ ਹੈਗਾ ਉਹ ਕਿਸਾਨੀ ਨੂੰ ਵੀ ਬਚਾ ਸਕਦਾ ਅਤੇ ਸਾਡੀ ਜਵਾਨੀ ਨੂੰ ਵੀ ਬਚਾ ਸਕਦਾ, ਪੈਸਟੀਸਾਈਡ ਫਰੀ ਭੋਜਨ ਮੁਹੱਈਆ ਕਰਵਾ ਕੇ। ਤਾਂ ਕਰਕੇ ਸਾਡੇ ਸਾਰਿਆਂ ਦਾ ਯੋਗਦਾਨ ਜਿਹੜਾ ਹੈਗਾ ਬਹੁਤ ਵਧੀਆ ਜੀ। ਇਹ ਬਹੁਤ ਵਧੀਆ ਖਿਆਲ ਤੁਸੀਂ ਦਿੱਤਾ ਆ। ਇਹ ਮੋਦੀ ਸਰਕਾਰ ਵੀ ਇਹ ਕਹਿ ਰਹੀ ਹੈ ਕਿ ਅਸੀਂ ਵਿਚੋਲੀਏ ਖਤਮ ਕਰਨੇ ਵਿੱਚੋਂ। ਅਤੇ ਮੈਂ ਇਸ ਨੁਕਤੇ ਤੋਂ ਤੁਹਾਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਕਿ ਜੇ ਕਿਸਾਨ ਆਪਣਾ ਉਤਪਾਦਨ ਖੁਦ ਕਰਦਾ ਅਤੇ ਉਹਦੀ ਮਾਰਕੀਟਿੰਗ ਖੁਦ ਕਰਦਾ, ਅਤੇ ਇਹਦੇ ਨਾਲ ਰੁਜ਼ਗਾਰ ਦੇ ਕੀ ਮੌਕੇ ਵੱਧਦੇ ਆ? ਇਹਦੇ ਨਾਲ ਦੇਖੋ ਜੀ, ਕਿਸਾਨ ਪਹਿਲਾਂ ਤਾਂ ਹੈਗਾ ਸੀ ਕਿ ਸਾਰਾ ਪਰਿਵਾਰ ਸਾਰਾ ਇਕੱਠਾ ਖੇਤੀ ਕਰਦਾ ਸੀ ਅਤੇ ਉਹਦੇ ਲਈ ਬਾਹਰੋਂ ਲੇਬਰ ਲਿਆਉਣ ਦੀ ਲੋੜ ਨਹੀਂ ਸੀ ਪੈਂਦੀ। ਹੁਣ ਕੀ ਹੈ ਕਿ ਕਿਸਾਨ ਜਿਹੜਾ ਹੈਗਾ ਵਾ ਇੱਕ ਜਣਾ ਖੇਤੀ ਕਰਦਾ ਵਾ, ਬੱਚੇ ਸਕੂਲਾਂ ਦੇ ਵਿੱਚ ਪੜ੍ਹ ਲੈਂਦੇ ਆ, ਮਹਿੰਗੀ ਸਿੱਖਿਆ ਲੈਂਦੇ ਆ, ਆਪਣੇ ਜੁੱਤੀ ਨਹੀਂ ਕਿਸਾਨ ਗੰਢਾਉਂਦਾ, ਨਵੀਂ ਜੁੱਤੀ ਨਹੀਂ ਖਰੀਦਦਾ, ਟੁੱਟੀ ਜੁੱਤੀ ਪਾ ਕੇ ਹੀ ਆਪਣੇ ਨਿਆਣਿਆਂ ਨੂੰ ਵੱਡੇ ਸਕੂਲਾਂ ਦੇ ਵਿੱਚ, ਮਹਿੰਗੇ ਸਕੂਲਾਂ ਦੇ ਵਿੱਚ ਪੜ੍ਹਾਉਂਦਾ ਵਾ ਕਿ ਇਸ ਆਸ ਤੋਂ ਕਿ ਬੱਚੇ ਜਿਹੜੇ ਹੈਗੇ ਪੜ੍ਹ ਲਿਖ ਕੇ ਚੰਗੀ ਨੌਕਰੀ ਕਰ ਲੈਣਗੇ। ਪਰ ਇਸ ਗੱਲ ਨੂੰ ਜਦੋਂ ਆਪਾਂ ਵੇਖਦੇ ਹਾਂ ਕਿ ਉਹ ਕਿਸਾਨ ਇਕੱਲਾ ਕਮਾ ਰਿਹਾ ਅਤੇ ਬੱਚੇ ਜਾਂ ਹੋਰ ਜਿਹੜੇ ਹੈਗੇ ਆ ਸਾਰੇ ਉਹ ਹੋਰ ਕੰਮ ਦੇ ਵਿੱਚ ਰੁੱਝੇ ਆ, ਉਹਨੇ ਬਾਅਦ ਵਿੱਚ ਭਟਕਣਾ ਵੀ ਆ। 4 ਸਾਲ 5 ਸਾਲ 10 20 ਸਾਲ ਨੌਕਰੀ ਲੈਣ ਦੇ ਲਈ ਭਟਕਣਾ ਵੀ ਆ। ਮੈਂ 2011 ਦੇ ਵਿੱਚ ਟੈਟ ਪਾਸ ਕੀਤਾ ਹੈ, B.Ed ਕੀਤੀ ਹੈ 2005 ਦੇ ਵਿੱਚ, ਔਰ 2020 ਲੰਘ ਚੱਲਿਆ। 2011 ਤੋਂ ਲੈ ਕੇ 20 ਤੱਕ ਸਾਡਾ ਕੋਰਟ ਕੇਸ ਚੱਲ ਰਿਹਾ, ਸਾਨੂੰ ਨੌਕਰੀ ਜਿਹੜੀ ਹੈਗੀ ਆ, ਜਿਹੜਾ ਬਣਦਾ ਹੱਕ ਉਹ ਸਰਕਾਰ ਵੱਲੋਂ ਨਹੀਂ ਮਿਲਿਆ। ਪਰ ਅਸੀਂ ਆਪਣੀ ਕਿਸਾਨੀ ਦੇ ਕਰਕੇ ਜਦੋਂ ਆਪਣੇ ਉੱਤੇ ਵਿਸ਼ਵਾਸ ਹੈਗਾ ਸੀ ਕਿ ਅਸੀਂ ਕਿਸਾਨੀ ਕਰ ਸਕਦੇ ਹਾਂ, ਜਦੋਂ ਹੋਰ ਕਿਸੇ ਪਾਸੇ ਢੋਈ ਨਹੀਂ ਹੈਗੀ, ਕਿਸਾਨੀ ਹੀ
ਇੱਕ ਰੁਜ਼ਗਾਰ ਦਿੰਦੀ ਆ। ਕਿਸਾਨੀ ਸਾਰੀਆਂ ਚੀਜ਼ਾਂ ਨੂੰ ਬਚਾ ਸਕਦੀ ਆ। ਬੱਚੇ ਜਿਹੜੇ ਹੈਗੇ ਬੇਰੁਜ਼ਗਾਰੀ ਵੱਲ ਭਟਕਦੇ ਆ, ਨੌਕਰੀ ਨਹੀਂ ਮਿਲਦੀ। ਕਦੀ ਮੰਦੀ ਦਾ ਦੌਰ ਆ ਜਾਂਦਾ, 2008 ਦੇ ਵਿੱਚ ਕਰੋਨਾ ਦਾ ਦੌਰ ਆ ਜਾਂਦਾ, ਨੋਟਬੰਦੀ ਦਾ ਦੌਰ ਆ ਜਾਂਦਾ, ਕਈ ਦੌਰ ਆਉਂਦੇ ਆ। ਪਰ ਜਦੋਂ ਬੱਚਾ ਜਿਹੜਾ ਹੈਗਾ ਭਾਵੇਂ ਬੇਰੁਜ਼ਗਾਰ ਆ, ਪਰ ਉਹਦੇ ਘਰ ਦੇ ਵਿੱਚ ਮਾਪਿਆਂ ਵੱਲੋਂ ਕੀਤੀ ਹੋਈ ਖੇਤੀ ਅਤੇ ਕੀਤੇ ਹੋਏ ਕਿਸਾਨੀ ਦੇ ਉੱਦਮ ਕਰਕੇ ਉਹ ਭੁੱਖਾ ਨਹੀਂ ਮਰਦਾ। ਉਹ ਸਾਰੇ ਪਾਸੇ ਜਿਹੜਾ ਹੈਗਾ ਵਾ ਉਹ ਆਪਣਾ ਟੇਲਰ ਲਾ ਕੇ ਅਤੇ ਮੁੜ ਜਦੋਂ ਕਿਸਾਨੀ ਕਰ ਸਕਦਾ ਵਾ, ਤਾਂ ਬੇਰੁਜ਼ਗਾਰੀ ਦਾ ਇੱਕੋ ਇੱਕ ਹੱਲ ਆ। ਕਿਸਾਨ ਆਪਣੀ ਪੈਲੀ ਦੇ ਵਿੱਚ ਪੜ੍ਹੇ ਲਿਖੇ ਬਹੁਤ ਜ਼ਿਆਦਾ ਜ਼ਰੂਰਤ ਹੈ ਪੜ੍ਹਨ ਦੀ, ਚੰਗਾ ਪੜ੍ਹਨ ਦੀ, ਸਮਝਦਾਰ ਹੋਣ ਦੀ, ਵਪਾਰ ਦੇ ਗੁਰ ਸਿੱਖਣ ਦੀ ਔਰ ਵਪਾਰੀਆਂ ਦੀਆਂ ਨੀਤੀਆਂ ਸਮਝਣ ਦੀ ਲੋੜ ਆ। ਇਸ ਕਰਕੇ ਪੜ੍ਹਨ ਦੀ ਲੋੜ ਆ। ਪੜ੍ਹ ਲਿਖ ਕੇ ਖੇਤੀ ਵੱਲ ਮੁੜਨ ਦੀ ਲੋੜ ਆ ਕਿ ਖੇਤੀ ਹੀ ਤੁਹਾਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਗੁਜ਼ਾਰਾ ਕਰਵਾ ਸਕਦੀ ਆ, ਰੁਜ਼ਗਾਰ ਦੇ ਸਕਦੀ ਆ। ਹੁਣ ਕਿਸਾਨ ਜਿਹੜਾ ਹੈਗਾ ਵਾ ਉਹ ਆਪਣੇ ਪਰਿਵਾਰ ਦਾ ਆਪ ਰੁਜ਼ਗਾਰ ਪੈਦਾ ਕਰ ਸਕਦਾ। ਅਸੀਂ ਜੇ ਲੋੜ ਤੋਂ ਵੱਧ ਉਤਪਾਦਨ ਕਰ ਸਕਦੇ ਹਾਂ। ਮੈਂ ਹੁਣ ਮਾਝਾ ਹਲਦੀ ਦਾ ਉਤਪਾਦਨ ਕਰ ਰਿਹਾ, ਇਸ ਦੇ ਮੇਰੇ ਜਿਹੜੀ ਹੈਗੀ ਆਪਣਾ ਉਤਪਾਦਨ ਵਧਾਇਆ ਔਰ ਹੁਣ ਇਹਨੂੰ ਮਾਰਕੀਟ ਦੇ ਵਿੱਚ ਵੀ ਲੈ ਕੇ ਜਾ ਰਿਹਾ। ਔਰ ਮੈਂ 4 ਪਰਸਨਸ ਜਿਹੜੇ ਹੈਗੇ ਉਹ ਹਾਇਰ ਵੀ ਕਰਕੇ ਅਤੇ ਉਹਨੂੰ ਵੱਖਰੇ ਵੱਖਰੇ ਥਾਵਾਂ ਦੇ ਉੱਤੇ ਇਸ ਚੀਜ਼ ਨੂੰ ਲੈ ਕੇ ਜਾ ਰਿਹਾ। ਹੁਣ ਕਿਸਾਨ ਆ, ਹੌਲੀ ਹੌਲੀ ਪੈਰ ਠੜਾਵਾ ਹੋਣ ਤੋਂ ਬਾਅਦ 'ਚ ਅੱਗੇ ਵਧਣ ਦੀਆਂ ਨੀਤੀਆਂ ਘੜ ਸਕਦਾ, ਆਪ ਵੀ ਵਪਾਰੀ ਬਣ ਸਕਦਾ। ਠੀਕ ਹੈ। ਤਾਂ ਕਿਸਾਨ ਦੇ ਲਈ ਜਿਹੜਾ ਆ ਉਹ ਇੱਕ ਹੋਰ ਮਤਲਬ ਕਹਿ ਲਓ ਸ਼ੋਭਾ, ਜਾਂ ਕਹਿ ਲਓ ਕਿ ਇੱਕ ਹੋਰ ਨਵਾਂ ਉਹਦੇ ਲਈ ਇੱਕ ਰੁਜ਼ਗਾਰ ਦਾ ਮੌਕਾ, ਇੱਕ ਖੇਤਰ ਖੁੱਲ੍ਹਾ ਹੈ ਕਿ ਉਹ ਆਪਣਾ ਉਤਪਾਦਨ ਦੇ ਨਾਲ ਨਾਲ ਮੰਡੀਕਰਨ ਵਿੱਚ ਜਾਵੇ ਅਤੇ ਮੰਡੀਕਰਨ ਦੇ ਵਿੱਚੋਂ ਉਹ ਆਪਣਾ ਰੁਜ਼ਗਾਰ ਵੀ ਲੱਭੇ ਅਤੇ ਆਪਣੀ ਆਮਦਨ ਵੀ ਲੱਭੇ। ਅਤੇ ਜਿਹੜਾ ਪੰਜਾਬ ਦਾ ਕਿਸਾਨੀ ਸੰਕਟ ਆ, ਇਹਨੂੰ ਖਤਮ ਕਰਨ ਦੇ ਲਈ, ਇਹਦੇ ਵਿੱਚੋਂ ਕਿਸਾਨ ਨੂੰ ਕੱਢਣ ਦੇ ਲਈ ਕਿਸਾਨ ਖੁਦ ਜਿਹੜਾ ਉਹ ਉੱਦਮ ਕਰੇ। ਇੱਕ ਇਸ ਚੱਲਦੀ ਹੋਈ ਗੱਲਬਾਤ ਦੇ ਵਿੱਚ ਕੁਝ ਇੱਕ ਫੈਕਟ ਜਿਹੜੇ ਆ ਉਹ ਦਰਸ਼ਕਾਂ ਨਾਲ ਸਾਂਝੇ ਕਰਨਾ ਚਾਹਾਂਗਾ। ਇੱਕ ਪਾਸੇ 'ਤੇ ਸੈਂਟਰ ਗੌਰਮੈਂਟ ਜਿਹੜੀ ਆ ਉਹ ਪੰਜਾਬ ਨੂੰ ਕਹਿ ਰਹੀ ਹੈ ਕਿ ਸਾਨੂੰ ਕੇਂਦਰੀ ਪੂਲ ਦੇ ਵਿੱਚ ਪੰਜਾਬ ਤੋਂ ਹੋਰ ਕਣਕ ਝੋਨਾ ਨਹੀਂ ਚਾਹੀਦਾ, ਕਿਉਂਕਿ ਪੰਜਾਬ ਤੋਂ ਬਾਹਰ ਹੋਰ ਸੂਬੇ ਨੇ ਜਿਹੜੇ ਯੂਪੀ ਦੇ ਬਹੁਤ ਸਾਰੇ ਹਿੱਸੇ, ਕੁਝ ਮੱਧ ਪ੍ਰਦੇਸ਼ ਦੇ ਹਿੱਸੇ, ਕੁਝ ਹੋਰ ਹਿੰਦੁਸਤਾਨ ਦੇ ਬਾਕੀ ਹਿੱਸੇ ਜਿਹੜੇ ਆ ਉਹਨਾਂ ਦੇ ਵਿੱਚ ਕਣਕ ਝੋਨਾ ਜਿਹੜਾ ਉਹ ਹੋਣ ਲੱਗ ਪਿਆ, ਜਿਹਦਾ ਕਰਕੇ ਸਾਨੂੰ ਪੰਜਾਬ ਤੋਂ ਕੇਂਦਰੀ ਪੂਲ ਦੇ ਵਿੱਚ ਹੋਰ ਕਣਕ ਝੋਨਾ ਨਹੀਂ ਚਾਹੀਦਾ। ਔਰ ਇੱਕ ਹਾਸੇ ਵਾਲੀ ਗੱਲ ਆ, ਜਾਂ ਕਹਿ ਲਓ ਵਿਰੋਧਾਭਾਸ ਵਾਲੀ ਗੱਲ ਆ, ਕਿ ਪਿੱਛੇ ਜੇ ਇੱਕ ਦੁਨੀਆ ਦੀ ਹੰਗਰ ਰਿਪੋਰਟ ਨਸ਼ਰ ਹੋਈ ਆ, ਜਿਹਦੇ ਵਿੱਚ ਹਿੰਦੁਸਤਾਨ 93-94 ਨੰਬਰ 'ਤੇ ਆ, ਅਤੇ ਪਾਕਿਸਤਾਨ ਔਰ ਬੰਗਲਾਦੇਸ਼ ਵਰਗੇ ਨਿੱਕੇ ਨਿੱਕੇ ਮੁਲਕ ਜਿਹੜੇ ਆ ਉਹ ਵੀ ਇਹਦੇ ਤੋਂ ਬਿਹਤਰ ਪੋਜੀਸ਼ਨ 'ਤੇ ਆ। ਔਰ ਇਹ ਤੋਂ ਥੱਲੇ ਜਿਹੜੇ ਉਹੀ ਮੁਲਕ ਹੈ ਜਿਹੜੇ ਜਿੱਥੇ ਜੰਗ ਲੱਗੀ ਹੋਈ ਹੈ, ਜਿਹੜੇ ਬੰਦਿਆਂ ਨੇ ਜੇ ਭੁੱਖ ਨਾਲ ਨਾ ਮਰੇ ਤੇ ਭਾਵੇਂ ਗੋਲੀ ਨਾਲ ਮਰ ਜਾਣ, ਸਿਰਫ ਉੱਥੇ ਹੀ ਜਿਹੜਾ ਉਹ ਹਿੰਦੁਸਤਾਨ ਨਾਲੋਂ ਥੱਲੇ ਉਹਨਾਂ ਦਾ ਦਰਜਾ ਗਿਆ ਆ। ਬਾਕੀ ਹਿੰਦੁਸਤਾਨ ਜਿਹੜਾ ਆ ਉਹ 117 ਮੁਲਕਾਂ 'ਚੋਂ ਸ਼ਾਇਦ 93-94 ਨੰਬਰ 'ਤੇ ਜਿਹੜਾ ਉਹ ਜਾ ਰਿਹਾ। ਅਤੇ ਇੱਕ ਹੋਰ ਜਿਹੜੀ ਨਿਊਟ੍ਰੀਸ਼ਨ ਦੇ ਨੁਕਤੇ ਤੋਂ ਰਿਪੋਰਟ ਪੇਸ਼ ਹੋਈ ਆ ਕਿ ਹਿੰਦੁਸਤਾਨ ਦੇ 50% ਬੱਚੇ ਜਿਹੜੇ ਆ ਉਹ ਮਾਲ ਨਿਊਟ੍ਰੀਸ਼ਨ ਦਾ ਸ਼ਿਕਾਰ ਨੇ। ਤੋ ਇੱਥੇ ਬੜੀ ਵਿਰੋਧਾਭਾਸ ਨੇ ਇਹਨਾਂ ਤੱਥਾਂ ਦੇ ਵਿੱਚ, ਜਿਹੜੇ ਤੱਥ ਜਿਹੜੇ ਉਭਾਰ ਕੇ ਪੰਜਾਬ ਨੂੰ ਇਹ ਬਾਰ-ਬਾਰ ਧਮਕੀਆਂ ਦਿੱਤੀਆਂ ਜਾਂਦੀਆਂ ਕਿ ਸਾਨੂੰ ਪੰਜਾਬ ਤੋਂ ਹੋਰ ਕਣਕ ਝੋਨੇ ਦੀ ਜਾਂ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈ। ਤੋ ਸਰਦਾਰ ਯਾਦਵਿੰਦਰ ਸਿੰਘ ਜੀ ਨੇ ਸਾਡੇ ਨਾਲ ਜੋ ਵਿਚਾਰ ਸਾਂਝੇ ਕੀਤੇ ਨੇ, ਉਹਨਾਂ ਦੇ ਵਿੱਚੋਂ ਇੱਕ ਆਤਮ ਨਿਰਭਰ ਅਤੇ ਆਜ਼ਾਦ ਖੇਤੀ ਦਾ ਮਾਡਲ ਨਿਕਲਦਾ ਆ, ਔਰ ਇੱਕ ਬਹੁਤ ਵੱਡੀ ਆਸ ਪੈਦਾ ਹੁੰਦੀ ਹੈ ਕਿ ਪੰਜਾਬ ਦੁਬਾਰਾ ਆਪਣੇ ਪੁਰਾਣੇ ਜਲਾਲ ਨੂੰ ਜੀ ਸਕਦਾ ਆ, ਪੁਰਾਣੇ ਉੱਚੇ ਰੁਤਬੇ ਨੂੰ, ਮਰਾਤਬੇ ਨੂੰ ਜੀ ਸਕਦਾ ਆ, ਪੁਰਾਣੀ ਸਿਹਤਮੰਦ ਹਾਲਤ ਵਿੱਚ ਆ ਸਕਦਾ ਆ, ਪੰਜਾਬ ਦੀ ਜਵਾਨੀ ਅਤੇ ਕਿਸਾਨੀ ਦਾ ਬਚਾਅ ਹੋ ਸਕਦਾ ਆ, ਜੇਕਰ ਪੰਜਾਬ ਦੇ ਕਿਸਾਨ, ਪੰਜਾਬ ਦੇ ਨੌਜਵਾਨ ਇਸ ਤਰ੍ਹਾਂ ਦੀ ਜਿਹੜੀ ਸੰਵੇਦਨਾ, ਇਸ ਤਰ੍ਹਾਂ ਦੀ ਜਿਹੜੀ ਜਾਣਕਾਰੀ ਔਰ ਇਸ ਤਰ੍ਹਾਂ ਦੀ ਸਮਰਪਣ ਦੀ ਭਾਵਨਾ ਦੇ ਨਾਲ ਖੇਤੀ ਵਿੱਚ ਉਤਰਨਗੇ। ਜਿਵੇਂ ਸਾਡੇ ਸਰਦਾਰ ਯਾਦਵਿੰਦਰ ਸਿੰਘ ਜੀ ਖੇਤੀ ਵਿੱਚ ਉਤਰੇ ਹੋਏ ਨੇ, ਇਹਨਾਂ ਨੇ MSc ਮੈਥੇਮੈਟਿਕਸ ਕੀਤੀ ਹੋਈ ਹੈ, B.Ed ਕੀਤੀ ਹੋਈ ਆ, ਔਰ ਪੰਜਾਬ ਸਰਕਾਰ ਦਾ ਜਿਹੜਾ ਟੀਚਰ ਐਲੀਜੀਬਿਲਟੀ ਟੈਸਟ ਹੈ ਉਹ ਪਾਸ ਕੀਤਾ ਹੋਇਆ। ਉਸ ਦੇ ਬਾਵਜੂਦ ਜਦੋਂ ਉਹਨਾਂ ਨੂੰ ਨੌਕਰੀ ਨਹੀਂ ਮਿਲੀ ਤਾਂ ਫਿਰ ਹਤਾਸ਼ ਹੋ ਕੇ ਇਹ ਖੇਤੀ ਵਿੱਚ ਆਏ, ਅਤੇ ਅੱਜ ਇਹ ਖੇਤੀ ਨੂੰ ਬਾਕੀ ਸਾਰੇ ਕਿੱਤਿਆਂ ਦੇ ਨਾਲੋਂ ਕਿਤੇ ਵੱਧ ਇੱਜ਼ਤ ਦੇਣ ਵਾਲਾ, ਕਿਤੇ ਵੱਧ ਸ਼ਾਨ ਦੇਣ ਵਾਲਾ ਅਤੇ ਆਮਦਨ ਦੇਣ ਵਾਲਾ ਸਾਧਨ ਮੰਨਦੇ ਹਨ। ਤੋ ਇਹਨਾਂ ਦੇ ਨਾਲ ਗੱਲਬਾਤ ਕਰਕੇ ਸਾਨੂੰ ਵੀ ਬੜਾ ਸਵਾਦ ਆਇਆ, ਯਕੀਨਨ ਤੁਹਾਨੂੰ ਵੀ ਸਵਾਦ ਆਏਗਾ। ਔਰ ਇੱਕ ਉਮੀਦ ਜਾਗਦੀ ਹੈ ਕਿ ਜੇ ਸਾਡੇ ਪੰਜਾਬ ਦੇ ਨੌਜਵਾਨ, ਪੰਜਾਬ ਦੇ ਕਿਸਾਨ ਇਸ ਤਰ੍ਹਾਂ ਡੈਡੀਕੇਟਡਲੀ
ਜਿਹੜਾ ਆ ਉਹ ਆਪਣਾ ਖੇਤੀ ਨੂੰ ਅਪਣਾਉਣਗੇ ਤਾਂ ਜ਼ਰੂਰ ਪੰਜਾਬ ਆਬਾਦ ਹੋਏਗਾ, ਪੰਜਾਬ ਖੁਸ਼ਹਾਲ ਹੋਏਗਾ ਔਰ ਉਸੇ ਤਰ੍ਹਾਂ ਗੁਰੂ ਦੀਆਂ ਰੌਣਕਾਂ ਬਰਕਤਾਂ ਉਹ ਸਾਡੇ ਘਰਾਂ ਵਿੱਚ ਆਉਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।